पंकज बंदन पंकज बंदन सिमरो अंगद दुख निकंदन गुरु अमर दास हृदय नित ध्याऊं हृदय नित ध्याऊं श्री गुरु रामदास गुण गाओ गुरु अर्जन विघ्नन के नाशक विघ्नन की नासक श्री हर गोविंद सुमत परगासक श्री हर राय नमो कर जोरी नमो कर जोरी श्री हर कृष्ण मनाओ मोरी गुरु तेग बहादुर परम कृपाला परम कृपाला श्री गुरु गोविंद सिंह विशाला तरो तरा पर पुन पुन सीसा पुन पुन सीसा बंदो बार बार जगदीशा एक ओंकारा सतगुरु श्री प्रसाद सच होए वाहिगुरु जी की फतेह विघ्न है विनाशन सोए वाहिगुरु जी की फतेह विघ्न है विनाशन सोए दोहरा तबे गुलाब राय चले आयो आनंदपुर को चैत बसायो तब जो तय कह लोरी नाथ मिलियो जाय कर तिसकी साथ वाहिगुरु जी का खालसा वाहिगुरु जी की फतेह। फतेह। आओ गुरु प्यारे गुरु सवारे सत्संगी जनो रोजाना की तरह पातशाह जी की अपार कृपा बख्शिश का सदका पिछले पहरों के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਤਿਆਗ ਦਿੱਤਾ। ਉਸ ਤੋਂ ਬਾਅਦ ਮੁਗਲਾਂ ਨੇ ਪਹਾੜੀਆਂ ਨੇ ਰਲ ਕੇ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਪਿਆਰਿਓ ਭੱਜ ਦੌੜ ਕੀਤੀ, ਕੁਝ ਬਿਲਡਿੰਗਾਂ ਵੀ ਵਸਵਾ ਦਿੱਤੀਆਂ, ਲੁੱਟਮਾਰ ਵੀ ਕੀਤੀ ਹੋਣੀ ਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਉਹ ਅਨੰਦਪੁਰ ਸਾਹਿਬ ਨੂੰ ਇਹਨਾਂ ਨੇ ਗੁਰੂ ਪਿਆਰਿਓ ਇਹ ਬਣਾ ਦਿੱਤਾ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਉੱਥੇ ਵਸੋਂ ਵੀ ਨਾ ਰਹੀ। ਜਿਹੜੇ ਵਸਣ ਵਾਲੇ ਲੋਕ ਸੀ ਉਹ ਵੀ ਡਰਦੇ ਉੱਥੋਂ ਪਹਿਲੇ ਚਲੇ ਗਏ ਸਨ। ਔਰ ਜਦੋਂ ਗੁਰੂ ਸਾਹਿਬ ਜੀ ਚਲੇ ਗਏ ਫਿਰ ਤਾਂ ਉੱਥੇ ਕੋਈ ਵੀ ਨਾ ਰਿਹਾ ਤੇ ਪਹਾੜੀਆਂ ਨੇ ਉਸ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਭਵਿੱਖ ਨੂੰ ਜਾਣਦੇ ਹਨ, ਆਉਣ ਵਾਲੇ ਸਮੇਂ ਨੂੰ ਜਾਣਦੇ ਹਨ, ਉਹਨਾਂ ਨੇ ਇਸ ਅਨੰਦਪੁਰ ਨੂੰ ਦੁਬਾਰਾ ਫਿਰ ਵਸਾਉਣ ਦੇ ਲਈ ਪਹਿਲਾਂ ਹੀ ਇੰਤਜ਼ਾਮ ਕਰ ਦਿੱਤਾ ਸੀ। ਸ਼ਿਆਮ ਸਿੰਘ ਤੇ ਗੁਲਾਬ ਰਾਏ ਦੋ ਭਰਾ ਸਨ। ਇਹਨਾਂ ਨੂੰ ਸਤਿਗੁਰਾਂ ਨੇ ਪਟਨਾ ਆਪਣਾ ਪੌਂਟਾ ਸਾਹਿਬ ਦੇ ਰਾਜੇ ਕੋਲ ਨਾਹਨ ਦਾ ਇਲਾਕਾ ਹੈ, ਪੌਂਟਾ ਸਾਹਿਬ ਸਥਾਨ ਦਾ ਨਾਮ ਹੈ ਜਿੱਥੇ ਸਤਿਗੁਰਾਂ ਨੇ ਚਰਨ ਪਾਏ। ਤੋਂ ਨਾਹਨ ਦੇ ਰਾਜੇ ਕੋਲ ਭੇਜ ਦਿੱਤਾ ਸੀ। ਤੇ ਜਦੋਂ ਜੰਗਾਂ ਸਮਾਪਤ ਹੋ ਗਈਆਂ, ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ, ਉਸ ਤੋਂ ਬਾਅਦ ਟਿਕਟਕਾ ਹੋ ਗਿਆ। ਉਹਨਾਂ 'ਚ ਇਹ ਉੱਥੇ ਰਹਿੰਦੇ ਰਹੇ ਤੇ ਇੱਕ ਦਿਨ ਗੁਲਾਬ ਰਾਏ ਪੁਰਾਣੇ ਅਨੰਦਪੁਰ ਸਾਹਿਬ ਨੂੰ ਦੇਖਣ ਵਾਸਤੇ ਆਏ। ਦੇਖ ਕੇ ਬੜਾ ਦਿਲ ਦੁਖੀ ਹੋਇਆ ਔਰ ਮਨ ਵਿੱਚ ਗੁਰੂ ਸਾਹਿਬ ਨੇ ਫੁਰਨਾ ਦਿੱਤਾ। ਇੱਛਾ ਪੈਦਾ ਹੋਈ ਵੀ ਮੈਂ ਕਿਉਂ ਨਾ ਇਸ ਅਨੰਦਪੁਰ ਸਾਹਿਬ ਨੂੰ ਦੁਬਾਰਾ ਫਿਰ ਵਸਾਵਾਂ। ਇਹ ਸੋਚ ਕੇ ਜਦ ਵਸਾਉਣ ਦੀ ਸਲਾਹ ਹੋਈ, ਗੱਲ ਚੱਲੀ ਤਾਂ ਪਤਾ ਲੱਗਿਆ ਵੀ ਹੁਣ ਇਸ ਧਰਤੀ ਤੇ ਕਹਿਲੂਰ ਦੇ ਰਾਜੇ ਦਾ ਕਬਜ਼ਾ ਹੈ ਔਰ ਉਸ ਨੇ ਪੈਸੇ ਲਏ ਬਿਨਾਂ ਦੁਬਾਰਾ ਛੱਡਣਾ ਨਹੀਂ ਅਨੰਦਪੁਰ। ਇਹ ਤਾਂ ਜਿਹੜਾ ਗੁਲਾਬ ਰਾਏ ਇਹ ਜਾ ਕੇ ਕਹਿਲੂਰ ਦੇ ਰਾਜੇ ਨੂੰ ਮਿਲਦਾ ਹੈ ਔਰ ਉਹਨੂੰ ਕਹਿੰਦਾ ਵੀ ਜਿੰਨੀ ਅਨੰਦਪੁਰ ਸਾਹਿਬ ਦੀ ਜਗ੍ਹਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਨਗਰ ਵਸਾਇਆ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਉਹ ਜਗ੍ਹਾ ਮੈਨੂੰ ਵਾਪਸ ਦੇ ਦਿਓ। ਰਾਜਾ ਕਹਿਣ ਲੱਗਿਆ ਵੀ ਪੈਸੇ ਲੱਗਣਗੇ। ਕਿੰਨੇ ਕੁ ਪੈਸੇ?
60 ਕਮਾ ਜ਼ਮੀਨ ਹੈ, 60 ਏਕੜ ਜ਼ਮੀਨ ਹੈ ਤੇ 60,000 ਰੁਪਈਆ ਲੱਗੇਗਾ। ਇਹਨਾਂ ਨੇ ਗੁਰੂ ਪਿਆਰਿਓ ਕਿਸੇ ਤਰ੍ਹਾਂ 60,000 ਇਕੱਤਰ ਕਰਕੇ ਇਕੱਠਾ ਕਰਕੇ ਇਸ ਨੂੰ ਦੇ ਦਿੱਤਾ ਤੇ ਉਹ ਜਗ੍ਹਾ ਵਾਪਸ ਲੈ ਲਈ ਆ। ਉਸ ਤੋਂ ਬਾਅਦ ਗੁਰੂ ਪਿਆਰਿਓ ਇਸ ਨੇ ਨਾਹਨ ਦੇ ਇਲਾਕੇ ਤੋਂ ਆਪਣੇ ਪਰਿਵਾਰ ਨੂੰ, ਆਪਣੇ ਭਾਈ ਸ਼ਿਆਮ ਸਿੰਘ ਦੇ ਪਰਿਵਾਰ ਨੂੰ ਤੇ ਆਪਣੇ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਇਸ ਅਨੰਦਪੁਰ ਦੇ ਇਲਾਕੇ 'ਚ ਵਸਾਉਣਾ ਸ਼ੁਰੂ ਕੀਤਾ। ਔਰ ਜਿਹੜੇ ਪੁਰਾਣੇ ਸਥਾਨ ਸਨ ਸਤਿਗੁਰਾਂ ਦੇ ਉਹ ਵੀ ਬਣਾਉਣੇ ਸ਼ੁਰੂ ਕੀਤੇ। ਉਸ ਤੋਂ ਬਾਅਦ ਗੁਰੂ ਪਿਆਰੋ ਸਿੱਖ ਸੰਗਤਾਂ ਵੀ ਦੁਬਾਰਾ ਇੱਥੇ ਪਹੁੰਚਣ ਲੱਗੀਆਂ। ਦੀਵਾਲੀ ਵਿਸਾਖੀ ਦੇ ਮੇਲੇ ਲੱਗਣ ਲੱਗੇ, ਮਾਇਆ ਕਾਫੀ ਆਉਣ ਲੱਗੀ। ਇਸ ਮਾਇਆ ਨੇ ਗੁਰੂ ਪਿਆਰਿਓ ਪਰਮੇਸ਼ਰ ਦੇ ਚਰਨਾਂ ਤੋਂ ਦੂਰ ਕਰ ਦਿੱਤਾ ਗੁਲਾਬ ਰਾਏ ਨੂੰ, ਸ਼ਿਆਮ ਸਿੰਘ ਨੂੰ। ਪਾਤਸ਼ਾਹ ਦਾ ਬਚਨ ਹੈ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਕੀ ਹੋਇਆ, ਇਹਨਾਂ ਨੇ ਕੀ ਕੀਤਾ, ਇਹ ਵਿਚਾਰਾਂ ਹੁਣ ਆਪਾਂ ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਤਬੇ ਗੁਲਾਬ ਰਾਏ ਚਲੇ ਆਇਓ, ਆਨੰਦਪੁਰ ਕੋ ਚਹਿਤ ਵਸਾਇਓ। ਤੋ ਇੱਕ ਦਿਨ ਗੁਲਾਬ ਰਾਏ ਜਿਹੜਾ ਹੈ ਨਾਹਨ ਦੇ ਇਲਾਕੇ ਚੋਂ ਕਹਿਲੂਰ ਦੇ ਇਲਾਕੇ 'ਚ, ਜੋ ਕਿ ਆਨੰਦਪੁਰ ਸਾਹਿਬ ਦਾ ਇਲਾਕਾ ਹੈ, ਮੇਰੇ ਪ੍ਰੀਤਮ ਦਾ ਵਸਾਇਆ ਹੋਇਆ, ਘੁੰਮਦਾ ਘਮਾਉਂਦਾ ਸ਼ਹਿਰ ਚਪਾਟਾ ਕਰਦਾ ਆਇਆ ਜੀ। ਅਬ ਜੋ ਤਹਿ ਕਹਿਲੂਰੀ ਨਾਥ, ਮਿਲਿਓ ਜਾਇ ਕਰ ਤਿਸ ਕੇ ਸਾਥ। ਔਰ ਇਸ ਨੇ ਅਨੰਦਪੁਰ ਸਾਹਿਬ ਦੀ ਹਾਲਤ ਵੇਖੀ ਹੈ ਜਿਸ ਵੇਲੇ ਤੇ ਇਹ ਕਹਿਲੂਰ ਦੇ ਰਾਜੇ ਨੂੰ, ਜਿਸ ਦੇ ਰਾਜ ਵਿੱਚ ਇਹ ਜਗ੍ਹਾ ਪੈਂਦੀ ਹੈ, ਉਸ ਨੂੰ ਜਾ ਕੇ ਮਿਲਦਾ ਹੈ ਤੇ ਬੇਨਤੀ ਕਰਦਾ ਹੈ। ਅਨੰਦਪੁਰ ਚੇਤਕ ਥੇ ਕਰਕੇ ਮੋਲ ਮੋਹ ਕੋ ਦੇਹ। ਕਹਿਲੂਰ ਦੇ ਰਾਜੇ ਨੂੰ ਕਹਿਣ ਲੱਗਿਆ, ਜਿਹੜਾ ਆਨੰਦਪੁਰ ਸਾਹਿਬ ਦਾ ਥੇ ਹੈ, ਜਿਹੜਾ ਆਨੰਦਪੁਰ ਸਾਹਿਬ ਦਾ ਇਲਾਕਾ ਹੈ, ਇਹ ਸਾਰੀ ਥੇ, ਇਹ ਸਾਰੀ ਜਗ੍ਹਾ ਜਿਹੜੀ ਹੈ ਸਾਨੂੰ ਦੇ ਵਾਪਸ। 60,000 ਦਰਬਰ ਬਲੀਨ, 60 ਕਮਾਓ ਧਰਾ ਤੈ ਦੀਨ। ਉਹ ਇਸ ਪਹਾੜੀਏ ਰਾਜੇ ਨੇ ਗੁਰੂ ਪਿਆਰੋ ਦੁਆਰਾ ਫਿਰ ਪੈਸੇ ਮੰਗੇ, ਭਾਵੇਂ ਕਿ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਜਗ੍ਹਾ ਮੁੱਲ ਖਰੀਦ ਕੇ ਵਸਾਈ ਸੀ, ਪਰ ਗੁਲਾਬ ਰਾਏ ਨੇ ਗੁਰੂ ਪਿਆਰਿਓ 60,000 ਰੁਪਈਆ ਇਸ ਕਹਿਲੂਰ ਦੇ ਰਾਜੇ ਨੂੰ ਦੇ ਦਿੱਤਾ ਹੈ ਤੇ 60 ਕਮਾ ਜ਼ਮੀਨ ਵਾਪਸ ਲੈ ਲਈ ਜੀ। श्याम सिंगर सकल कुटुंब, आन बसीले नरन कुटुंब। ਤਾਂ ਕੁਟੁੰਬ ਕਹਿੰਦੇ ਆ ਪਰਿਵਾਰ ਨੂੰ, ਕਹਿੰਦੇ ਇਸ ਤਰ੍ਹਾਂ ਸ਼ਿਆਮ ਸਿੰਘ ਔਰ ਗੁਲਾਬ ਰਾਏ ਇਹ ਆਪਣੇ ਪਰਿਵਾਰਾਂ ਨੂੰ ਨਾਹਨ ਤੋਂ ਲਿਆ ਕੇ ਹੁਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਸਣ ਲੱਗੇ। ਔਰ ਹੋਰ ਵੀ ਰਿਸ਼ਤੇਦਾਰ ਸਾਕ ਸੰਬੰਧੀ ਇਹਦੇ ਨੇੜੇ ਆ ਗਏ ਜੀ। ਕੀਤਕ ਸਦਨ ਹਿਤ ਆਪਨ ਬਣਾਏ, ਕੀਤਕ ਆਪਰ ਕੁਟੰਬੀ ਆਏ। ਇਹਨੇ ਆਪਦੇ ਰਹਿਣ ਵਾਸਤੇ ਮਕਾਨ ਬਣਵਾਏ ਹਨ। ਕੁਝ ਹੋਰ ਕੁਟੰਬੀ ਭਾਵ ਪਰਿਵਾਰ ਹੋਰ ਵੀ ਇੱਥੇ ਆ ਕੇ ਵਸਣ ਲੱਗੇ। ਖੁੱਲਾ ਜਗ੍ਹਾ ਪਈ ਹੈ, ਵਸੋਂ ਚਾਹੀਦੀ ਆ, ਇਸ ਕਰਕੇ ਇਹਨੇ ਉਹਨਾਂ ਨੂੰ ਵਸਣ ਦੇ ਲਈ ਥਾਂ ਦੇ ਦਿੱਤੀ ਆ। ਦੀਪ ਬਾਲਕਾ ਦਿਵਸ ਵਿਸਾਖੀ, ਹੋਰੀ ਵਿਖੇ ਹੋਏ ਅਬਿਲਾਖੀ। ਹੁਣ ਇੱਥੇ ਗੁਰੂ ਪਿਆਰਿਓ ਹੋਲਾ ਮਹੱਲਾ ਜੋ ਪਹਿਲਾਂ 10ਵੇਂ ਪਾਤਸ਼ਾਹ ਮਨਾਇਆ ਕਰਦੇ ਸੀ, ਉਹ ਹੋਲੇ ਮਹੱਲੇ ਦਾ ਦਿਹਾੜਾ, ਵਿਸਾਖੀ ਦਾ ਦਿਹਾੜਾ ਤੇ ਦੀਵਾਲੀ ਦਾ ਦਿਹਾੜਾ, ਇਹ ਤਿੰਨ ਵੱਡੇ ਦਿਹਾੜਿਆਂ ਤੇ ਪਹਿਲਾਂ ਦੀ ਤਰ੍ਹਾਂ ਮੇਲੇ ਲੱਗਣ ਲੱਗੇ। ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਤਿਵੇਂ ਤਿਵੇਂ ਆਨੰਦਪੁਰ ਸਾਹਿਬ ਜਾਣ ਲੱਗੇ ਜੀ। ਹਿਤ ਪੂਜਾ ਕੇ ਬਨ ਠਨ ਬੈਸੇ, 10ਵੇਂ ਗੁਰੂ ਬਿਰਾਜੇ ਜੈਸੇ। ਹੁਣ ਗੁਰੂ ਪਿਆਰਿਓ ਇਹ ਆਪਦੀ ਪੂਜਾ ਕਰਾਉਣ ਲੱਗ ਪਿਆ। ਜਿਸ ਆਸਣ ਤੇ, ਜੇ ਜਗ੍ਹਾ ਤੇ, ਉਹ ਪਹਾੜੀ ਹੈ ਕੇਸਗੜ੍ਹ ਸਾਹਿਬ ਦੀ, ਜਿੱਥੇ ਸਾਨੂੰ ਅਮਰ ਦੀ ਦਾਤ ਬਖਸ਼ਿਸ਼ ਕੀਤੀ ਸੀ। ਇਹ ਪਹਾੜੀ ਸਭ ਤੋਂ ਉੱਚੀ ਹੈ ਬਾਕੀ ਪਹਾੜੀਆਂ ਤੋਂ, ਤੇ ਉਸ ਦੇ ਉੱਪਰ ਹੀ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਤੇ ਦੀਵਾਨ ਸਜਾਇਆ ਸੀ। ਉਹ ਪਾਤਸ਼ਾਹ ਜੀ ਦਾ ਖਾਸ ਸਿੰਘਾਸਨ ਹੈ, ਉੱਥੇ ਖਾਸ ਪ੍ਰਕਾਸ਼ ਹੈ ਕੇਸਗੜ੍ਹ ਸਾਹਿਬ ਦੀ ਪਹਾੜੀ ਦੇ ਉੱਪਰ ਜੋ ਦਰਬਾਰ ਸਾਹਿਬ ਸਜਿਆ ਹੋਇਆ ਮੇਨ ਸਾਡਾ। ਤਾਂ ਹੁਣ ਕੀ ਹੋਇਆ, ਇਹ ਗੁਲਾਬ ਰਾਏ ਉਸ ਅਸਥਾਨ ਉੱਤੇ ਹੀ ਜਾ ਕਰਕੇ ਬੈਠਦਾ ਹੈ। ਸਿੱਖ ਸੰਗਤਾਂ ਇਸ ਨੂੰ ਮੱਥੇ ਟੇਕਦੀਆਂ, ਪੈਸਾ ਵਾਧੂ ਆਉਣ ਲੱਗਿਆ। ਇਸ ਪੈਸੇ ਨੇ ਮੱਤ ਖਰਾਬ ਕਰ ਦਿੱਤੀ ਹੈ ਔਰ ਗੁਰੂ ਸਾਹਿਬ ਦੀ ਰੀਸ ਕਰਨ ਲੱਗੇ ਹੈ, ਤੇ ਗੁਰੂ ਸਾਹਿਬ ਦੇ ਹੀ ਆਸਨ ਵਾਲੇ ਥਾਂ ਤੇ ਆਸਨ ਲਾ ਕੇ ਇਹ ਆਪਣੀ ਪੂਜਾ
ਕਰਵਾਉਣ ਲੱਗਿਆ ਜੀ। संगत आवण लगी बिलोक, देखा देखी है गन लोक। ਦੇਖਾ ਦੇਖੀ ਜਿਵੇਂ ਗਾਂ ਦੀ ਗਾਂ ਪਤਾ ਲੱਗਦਾ ਹੈ, ਉਵੇਂ ਗੁਰੂ ਪਿਆਰੋ ਸੰਗਤ ਸਿੱਖ ਸੰਗਤਾਂ ਹੋਰ ਲੋਕ ਜਿਹੜੇ ਸਨ ਉਹਨਾਂ ਇਲਾਕਿਆਂ ਦੇ ਜਾਂ ਇਹਨਾਂ ਮਾਲਵੇ ਦੇ ਇਲਾਕਿਆਂ ਦੇ ਮਾਝੇ ਦੇ ਇਲਾਕਿਆਂ ਦੇ ਲੋਕ ਉੱਥੇ ਪਹੁੰਚਣ ਲੱਗੇ। ध्यायो पाए न पूजे पाए, श्री सतगुर की रीत मनाए। ਹੁਣ ਭੋਲੀਆਂ ਭਾਲੀਆਂ ਸੰਗਤਾਂ ਜਿਹੜੀਆਂ ਗੁਲਾਬ ਰਾਏ ਨੂੰ ਮੱਥੇ ਟੇਕਦੀਆਂ ਔਰ ਗੁਰੂ ਪਿਆਰਿਓ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੀ ਰੀਸ ਕਰਕੇ ਬਹਿ ਗਿਆ। आवण लग्यो दरब समुदाय, मेला होण लग्यो तिस पाए। ਮੇਲਾ ਲੱਗਣ ਲੱਗਿਆ ਔਰ ਸਿੱਖ ਸੰਗਤਾਂ ਦੇ ਕੋਲ ਮਾਇਆ ਦਾ ਕੋਈ ਅੰਤ ਨਹੀਂ ਹੈ, ਬੇਅੰਤ ਮਾਇਆ ਵੀ ਉੱਥੇ ਆਉਣ ਲੱਗੇ। कलगी जिगा विभूकन सारे, जिन श्री गोबिंद सिंह तन तारे। ਔਰ ਇਹ ਆਪਣੀ ਦਸਤਾਰ ਦੇ ਉੱਪਰ ਕਲਗੀ ਲਾਉਂਦਾ ਹੈ, ਜਿਗਾ ਲਾਉਂਦਾ ਹੈ ਔਰ ਗਲ ਦੇ ਵਿੱਚ ਮਾਲਾ ਆਦਿ ਸਾਰਾ ਜਿੰਨਾ ਵੀ ਲਿਬਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਪਹਿਨਦੇ ਸਨ ਉਸੇ ਤਰ੍ਹਾਂ ਹੀ ਪਹਿਨਣ ਲੱਗੇ। ਤਾਂ ਗੁਰੂ ਪਿਆਰੋ ਜਦੋਂ ਇਦਾਂ ਦਾ ਹਾਲ ਹੋ ਗਿਆ, ਕਿਸੇ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਦੇ ਵਿੱਚ ਕਿਹਾ ਸੀਗਾ, ਜਦੋਂ ਬਚਪਨ ਵਿੱਚ ਇਕੱਠੇ ਖੇਡਦੇ ਸਨ ਤਾਂ ਗੰਗਾ ਨਦੀ ਦੇ ਕਿਨਾਰੇ ਤੇ ਇਸ਼ਨਾਨ ਕਰਨ ਚਲੇ ਜਾਂਦੇ ਬੱਚੇ ਰਲ ਕੇ, ਮਾਮਾ ਕਿਰਪਾਲ ਚੰਦ ਉਹਨਾਂ ਦੇ ਨਾਲ ਜਾਂਦੇ ਔਰ ਇੱਕ ਦੂਜਿਆਂ ਤੇ ਪਾਣੀ ਦੇ ਛਿੱਟੇ ਪਾ ਪਾ ਕੇ ਇੱਕ ਦੂਜੇ ਨੂੰ ਭਜਾਉਂਦੇ, ਫਿਰ ਭੱਜਦੇ ਭੱਜਦੇ ਕਿਨਾਰੇ ਤੋਂ ਆਪਣੇ ਕੱਪੜੇ ਚੱਕ ਕੇ ਭੱਜ ਲੈਂਦੇ। ਤੇ ਗੁਲਾਬ ਰਾਏ ਨੇ ਇੱਕ ਦਿਨ ਭੱਜਦਿਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪੱਗ ਚੱਕ ਲਈ, ਜਿਹੜੀ ਬਚਪਨ ਵਿੱਚ ਛੋਟੀ ਜਿਹੀ ਪੱਗ ਬੰਨੀ ਸੀ ਨਾ, ਉਹ ਬੱਚੇ ਲਾ ਕੇ ਉੱਥੇ ਰੱਖ ਦਿੰਦੇ ਆ, ਕੱਪੜੇ ਸਾਰੇ ਉਵੇਂ ਪੱਗ ਉੱਥੇ ਰੱਖੀ ਪਈ ਆ। ਇਹਨੇ ਭੱਜਦੇ ਭੱਜਦੇ 10ਵੇਂ ਪਾਤਸ਼ਾਹ ਜੀ ਦੀ ਪੱਗ ਚੱਕ ਲਈ ਭੁਲੇਖੇ ਨਾਲ। ਕੋਈ ਵਿੱਚੋਂ ਕਹਿਣ ਲੱਗਿਆ ਉਹ ਇਹ ਤਾਂ ਗੁਰੂ ਸਾਹਿਬ ਦੀ ਪੱਗ ਹੈ। ਪਾਤਸ਼ਾਹ ਕਹਿੰਦੇ ਰੱਖ ਲਾ ਹੁਣ ਤੈਨੂੰ ਵੀ ਪੱਗ ਦੇਵਾਂਗੇ, ਕੋਈ ਟਾਈਮ ਆਊਗਾ। ਉਹ ਸਮਾਂ ਅੱਜ ਆਇਆ, ਇਹਦੀ ਪੂਜਾ ਹੋਣ ਲੱਗੀ ਸੀ। ਸਾਈਡ ਤੇ ਜਗ੍ਹਾ ਬਣਾ ਲੈਂਦਾ, ਸ਼ਾਇਦ ਇਹਦਾ ਕੰਮ ਚੱਲੀ ਜਾਂਦਾ, ਪਰ ਹੁੰਦਾ ਉਹ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਇਹਦੀ ਇੱਛਾ ਤਾਂ ਪੂਰੀ ਹੋ ਗਈ ਪੱਗ ਵਾਲੀ, ਪਰ ਇਹ ਉਦੋਂ ਗਾਂਹ ਟੱਪ ਗਿਆ। ਹੁਣ ਚੰਗਾ ਕੀਤਾ ਇਹਨੇ ਅਨੰਦਪੁਰ ਸਾਹਿਬ ਨੂੰ ਦੁਬਾਰਾ ਸੰਭਾਲ ਲਿਆ, ਇਹ ਵੀ ਇਹਦਾ ਧੰਨਵਾਦ ਕਰਦੇ ਆ। ਪਰ ਗੁਰੂ ਪਿਆਰੋ ਜਿਹੜਾ ਇਸ ਨੇ ਗੁਰੂ ਸਾਹਿਬ ਦੀ ਰੀਸ ਕਰਨੀ ਸ਼ੁਰੂ ਕਰਤੀ, ਇੱਥੇ ਇਹ ਗਲਤ ਹੋ ਗਿਆ। ਸਿਰ ਦੇ ਉੱਪਰ ਕਲਗੀ ਜਿਗਾ ਵੀ ਲਾਉਂਦਾ ਹੈ ਔਰ ਗਲ ਦੇ ਵਿੱਚ ਮੋਤੀਆਂ ਦੀਆਂ ਮਾਲਾ ਆਦਿ ਪਹਿਨਦਾ ਹੈ। ਚੋਲਾ ਪਾਤਸ਼ਾਹ ਜੀ ਦੀ ਤਾਂ ਹੀ ਲੰਬਾ ਪਾਉਂਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਰਦੇ ਸਨ ਉਵੇਂ ਕੇਸਗੜ੍ਹ ਦੀ ਉਸ ਜਗ੍ਹਾ ਦੇ ਉੱਤੇ ਜਿੱਥੇ 10ਵੇਂ ਪਾਤਸ਼ਾਹ ਦੀਵਾਨ ਸਜਾਉਂਦੇ ਸੀ ਉੱਥੇ ਬੈਠਣ ਲੱਗਿਆ। तिमी कमर कसा शुभ करके, सब में बैठत मंजी चरके। ਔਰ ਇਸ ਨੇ ਉੱਥੇ ਮੰਜੀ ਢਾਹ ਲਈ ਹੈ ਔਰ ਮੰਜੀ ਢਾਹ ਕਰਕੇ ਉਹਦੇ ਉੱਤੇ ਬਾਬਾ ਬਣ ਕੇ ਗੁਰੂ ਬਣ ਕੇ ਬੈਠਦਾ ਹੈ। ਉਸੇ ਤਰ੍ਹਾਂ ਚੋਲਾ ਪਾ ਕੇ ਕਮਰ ਕਸੇ ਕਰਕੇ ਆਦੇ। श्री गुरु शोभत जिस स्थान, तही बैठे बडमान। ਔਰ ਗੁਰੂ ਜੀ ਦਾ ਅਸਥਾਨ ਹੈ ਜਿਹੜਾ ਉਹ ਜਿੱਥੇ ਜਾਏ ਵਾ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੀ, ਉਹ ਪੂਜਨ ਯੋਗ ਜਗ੍ਹਾ ਹੋ ਜਾਂਦੀ ਹੈ। ਮੇਰੇ ਪ੍ਰੀਤਮ ਜੀ ਨੇ ਇੱਥੇ ਵੀ ਚਰਨ ਪਾਏ ਆ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਬਠਿੰਡਾ ਵਿਖੇ। ਉੱਪਰ ਜਿੱਥੇ ਆਪਾਂ ਸ਼ਸਤਰ ਰੱਖੇ ਹੋਏ ਆ, ਕਿਸੇ ਵੇਲੇ ਉੱਥੇ 10ਵੇਂ ਪਾਤਸ਼ਾਹ ਜੀ ਵੀ ਆ ਕੇ ਬੈਠੇ ਹਨ। ਉਸ ਤੋਂ ਪਹਿਲਾਂ ਭਾਵੇਂ ਰਾਜਿਆਂ ਨੇ ਵੀ ਸਭਾਵਾਂ ਲਾਈਆਂ ਇੱਥੇ। ਬਿਨੇਪਾਲ ਰਾਜੇ ਨੇ ਸੰਨ 200 ਦੇ ਵਿੱਚ ਇਹ ਕਿਲ੍ਹਾ ਤਿਆਰ ਕਰਵਾਇਆ ਸੀ। ਉਸ ਤੋਂ ਬਾਅਦ ਕਈ ਰਾਜੇ ਆਏ, ਕਈ ਚਲੇ ਗਏ। ਜਿਹੜੀ ਉੱਪਰਲਾ ਦਰਬਾਰ ਸਾਹਿਬ ਹੈ ਜਿੱਥੇ ਆਪਾਂ ਹੁਣ ਸ਼ਸਤਰ ਰੱਖੇ ਆ, ਪਹਿਲਾਂ ਉੱਥੇ ਪ੍ਰਕਾਸ਼ ਸੀ, ਸੰਗਤ ਥੋੜੀ ਸੀ ਤਾਂ ਉੱਤੇ ਪ੍ਰਕਾਸ਼ ਸੀਗਾ। ਸੰਗਤ ਵੱਧ ਗਈ ਤੇ ਮਹਾਰਾਜ ਦਾ ਪ੍ਰਕਾਸ਼ ਆਪਾਂ ਥੱਲੇ ਖੁੱਲੇ ਥਾਂ 'ਚ ਲਿਆਂਦਾ ਔਰ ਉਸ ਅਸਥਾਨ ਦੇ ਉੱਤੇ ਪ੍ਰਕਾਸ਼ ਦੀ ਬਜਾਏ ਅਸੀਂ ਸ਼ਸਤਰ ਸਜਾਏ ਆ, ਕਿਉਂਕਿ ਸਿੱਖ ਦੋ ਚੀਜ਼ਾਂ ਨਮਸਕਾਰ ਕਰ ਸਕਦਾ, ਜਾਂ ਸ਼ਸਤਰਾਂ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਤੋ ਖੈਰ ਇਸ ਨੇ ਹੁਣ ਕੀ ਕੀਤਾ, ਉਹ ਜਿਹੜੀ ਕੇਸਗੜ੍ਹ ਸਾਹਿਬ ਦੀ ਪਹਾੜੀ ਹੈ ਜਿਸ ਦੇ ਉੱਤੇ ਪ੍ਰੀਤਮ ਨੇ ਸਾਨੂੰ ਅਮਰ ਦੀ ਦਾਤ ਬਖਸ਼ੀ ਸੀ, ਬਾਅਦ ਵਿੱਚ ਉੱਥੇ ਹੀ ਦੀਵਾਨ ਸਜਦੇ ਸਨ। ਦੂਰ ਤੱਕ ਸੰਗਤਾਂ ਨੀਵੇਂ ਥਾਂ ਬੈਠ ਜਾਂਦੀਆਂ ਸਨ, ਐਸਾ ਵਾਤਾਵਰਨ ਮਾਹੌਲ ਸੀਗਾ। ਹੁਣ ਇਸ ਨੇ ਉਸੇ ਆਸਣ ਦੇ ਉੱਤੇ ਜਾ ਕੇ, ਉਸੇ ਜਗ੍ਹਾ ਤੇ ਜਾ ਕੇ ਆਪਣੀ ਮੰਜੀ ਢਾਹ ਲਈ ਹੈ ਔਰ ਮੰਜੀ ਢਾਹ ਕਰਕੇ ਉੱਥੇ
ਇਹ ਆਪਣੀ ਪੂਜਾ ਕਰਾਉਂਦਾ ਹੈ, ਗੁਰੂ ਸਾਹਿਬ ਦੀ ਤਰ੍ਹਾਂ ਦਿੱਖ ਬਣਾਉਂਦਾ ਹੈ। ਚਰਚ ਬਧਿਓ ਭਇਓ ਹੰਕਾਰ ਗੁਰ ਕੀ ਸਮਤਾ ਮੈਂ ਚਿਤ ਧਾਰ। ਹੁਣ ਇਹਦੀ ਐਸ਼ਵਰਜ ਹੁੰਦਾ, ਪੈਸਾ ਵਾਧੂ ਹੋ ਗਿਆ। ਜਿਵੇਂ ਅੱਜ ਕੱਲ੍ਹ ਜਿਨ੍ਹਾਂ ਕੋਲੇ ਵਾਧੂ ਪੈਸੇ ਆ, ਬੇਅੰਤ ਬਾਬੇ ਹਨ, ਚੰਗੀਆਂ ਮਹਿੰਗੀਆਂ ਗੱਡੀਆਂ, ਮਹਿੰਗੇ ਸਮਾਨ ਤੇ ਮਹਿੰਗੇ ਬੈੱਡ ਤੇ ਮਹਿੰਗਾ ਸਾਜੋ ਸਮਾਨ ਸਾਰਾ ਕੁਝ ਬਣਾ ਲੈਂਦੇ ਆ। ਪੈਸੇ ਦੀ ਖੇਡ, ਪੈਸਾ ਉਹਦੇ ਕੋਲੇ ਵੀ ਬਹੁਤ ਆਉਣ ਲੱਗਿਆ। ਗੁਰੂ ਸਾਹਿਬ ਇਹ ਨਹੀਂ ਕਹਿੰਦੇ ਪੈਸਾ ਨਾ ਵਰਤੋ, ਖਾਵੋ ਖਰਚੋ ਰਲ ਮਿਲ ਭਾਈ, ਤੋੜਨਾ ਆਵੇ ਵਾਧੋ ਜਾਈ। ਇਹ ਸ਼ਬਦ ਦੀ ਵੀ ਗੱਲ ਹੈ ਤੇ ਮਾਇਆ ਦੀ ਵੀ ਗੱਲ ਹੈ, ਤੇ ਮਾਇਆ ਦਾ ਵੀ ਘਾਟਾ ਨਹੀਂ ਤੇ ਸ਼ਬਦ ਦਾ ਖਜ਼ਾਨਾ ਵੀ ਜਿਹੜਾ ਜਿੰਨੇ ਮਰਜ਼ੀ ਆਪਿਆਂ ਵਿਆਖਿਆ ਕਰੀ ਚੱਲੀਏ, ਕਥਾ ਕਰੀ ਚੱਲੀਏ, ਮੁੱਕਣ ਵਾਲੀ ਨਹੀਂ ਹੈ। ਕੋ ਸਤਨਾਮ। ਦੋਨੇ ਚੀਜ਼ਾਂ ਹਨ। ਇਹ ਬਚਨ ਪੰਜਵੇਂ ਪਾਤਸ਼ਾਹ ਨੇ ਉਹਦਨੇ ਕਿਹਾ ਜਿੱਦੇ ਗੋਇੰਦਵਾਲ ਸਾਹਿਬ ਤੋਂ ਪੋਥੀ ਸਾਹਿਬਾਨ ਲਿਆ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰ ਪਿਆਰਿਓ ਥੜਾ ਸਾਹਿਬ ਦੇ ਉੱਪਰ ਬਿਰਾਜਮਾਨ ਕਰਕੇ, ਜਿੱਥੇ ਬੈਠ ਕਰਕੇ ਪਾਤਸ਼ਾਹ ਕਾਰ ਸੇਵਾ ਕਰਵਾਇਆ ਕਰਦੇ ਸੀ, ਉੱਥੇ ਰਾਤ ਨੂੰ ਲਿਆ ਕੇ ਬਿਰਾਜਮਾਨ ਕੀਤੇ। ਬਾਬਾ ਬੁੱਢਾ ਜੀ ਹੋਰੀ ਅਨੇਕਾਂ ਸਿੱਖਾਂ ਨੇ ਰਾਤ ਨੂੰ ਪਹਿਰਾ ਦਿੱਤਾ। ਤੜਕੇ ਜਾ ਕਰਕੇ ਤਿਆਰ ਪ੍ਰਤਿਆਰ ਹੋ ਕੇ ਦੀਵਾਨ ਸਜਾਇਆ। ਪੰਜਵੇਂ ਪਾਤਸ਼ਾਹ ਜੀ ਨੇ ਇੱਕ ਪੋਥੀ ਸਾਹਿਬ ਪ੍ਰਕਾਸ਼ ਕੀਤਾ, ਇੱਕ ਪੋਥੀ ਪ੍ਰਕਾਸ਼ ਕੀਤੀ ਤੇ ਪਾਤਸ਼ਾਹ ਜੀ ਨੇ ਫਿਰ ਉਹ ਬਚਨ ਪੜ੍ਹੇ ਸਤਿਗੁਰਾਂ ਦੇ ਲਿਖੇ ਹੋਏ, ਭਗਤਾਂ ਦੀ ਬਾਣੀ, ਗੁਰੂਆਂ ਦੀ ਬਾਣੀ, ਤੇ ਉਹਨਾਂ ਨੂੰ ਪੜ੍ਹ ਕਰਕੇ ਪਾਤਸ਼ਾਹ ਦੇ ਅੰਦਰੋਂ ਇੱਕ ਜਸ ਰੂਪੀ ਸ਼ਬਦ ਨਿਕਲਿਆ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੋਟ ਤੋਲ। ਖਾਵੇ ਖਰਚੈ ਰਲ ਮਿਲ ਭਾਈ, ਤੋਟ ਨ ਆਵੇ ਵੱਧ ਲੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਤੋ ਇਹ ਬਚਨ ਗੁਰਬਾਣੀ ਦੇ ਵਾਸਤੇ ਹੈ, ਪਰ ਇਸ ਖਜ਼ਾਨੇ ਦੇ ਨਾਲ ਨਾਲ ਸਾਡੀ ਵਿੱਤੀ ਮਦਦ ਜਿਹੜੀ ਆ, ਇਹ ਗੋਲਕ ਰੂਪੀ ਖਜ਼ਾਨਾ, ਇਹ ਵੀ ਘਟਦਾ ਨਹੀਂ ਹੈ, ਇਹ ਵੀ ਦਿਨੋਂ ਦਿਨ ਵੱਧਦੇ ਜਾ ਰਹੇ ਆ, ਪਰ ਰਲ ਮਿਲ ਕੇ ਖਾਣ ਵਾਸਤੇ ਆ। ਹੁਣ ਕੀ ਹੋਇਆ, ਗੁਲਾਬ ਰਾਏ ਉਸ ਪੈਸੇ ਨਾਲ ਐਸ਼ ਕਰਨ ਲੱਗਿਆ, ਪੈਸਾ ਵਾਧੂ ਆ ਗਿਆ। ਜਿਵੇਂ ਜਿਵੇਂ ਪੈਸਾ ਵੱਧਦਾ ਜਾਂਦਾ, ਬੰਦੇ ਵਿੱਚ ਹੰਕਾਰ ਵੀ ਵੱਧਦਾ ਜਾਂਦਾ। ਜਿੱਥੇ ਗੁਰੂ ਕਾ ਸਿੱਖ ਸੀ, ਕਿਸੇ ਵੇਲੇ ਜੰਗਾਂ ਦੇ ਵਿੱਚ ਵੀ ਰਿਹਾ, ਕਿਉਂਕਿ ਬਚਪਨ ਦਾ ਸਾਥੀ ਸੀ ਗੁਰੂ ਗੋਬਿੰਦ ਸਿੰਘ ਜੀ ਦਾ। ਪਰ ਅੱਜ ਗੁਰੂ ਪਿਆਰਿਓ ਜਦੋਂ ਗੁਰੂ ਸਾਹਿਬ ਜੀ ਅਲੋਪ ਹਨ, ਉਹਨਾਂ ਨੇ ਗੁਰਤਾ ਗੱਦੀ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ, ਉਸ ਤੋਂ ਬਾਅਦ ਕਿਸੇ ਦਾ ਇਸ ਤਰ੍ਹਾਂ ਮੰਜੀ ਲਾ ਕੇ ਬੈਠਣਾ ਠੀਕ ਨਹੀਂ ਹੈ। ਕੋ ਸਤਨਾਮ। ਹਾਂ ਅਸੀਂ ਸਿੰਘ ਹਾਂ, ਚੜ੍ਹਦੀ ਕਲਾ ਵਿੱਚ ਸ਼ਸਤਰ ਵਸਤਰ ਪਹਿਨ ਸਕਦੇ ਹਾਂ, ਚੜ੍ਹਦੀ ਕਲਾ ਵਿੱਚ ਰਹਿ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੁਰੂ ਬਣ ਕੇ ਬੈਠਣਾ ਇਹ ਨਹੀਂ ਸ਼ੋਭਦਾ ਗਾ। ਬਸ ਇੱਥੇ ਅਸੀਂ ਨੀਵੇਂ ਹੋਣਾ ਚਾਹੀਦਾ। ਪਰ ਇਸ ਨੇ ਗੁਰੂ ਪਿਆਰੇ ਉੱਥੇ ਮੰਜੀ ਲਾ ਕਰਕੇ ਆਪਣੇ ਆਪ ਨੂੰ ਗੁਰੂ ਵਿਖਾਵਾ ਕਰਨਾ ਸ਼ੁਰੂ ਕੀਤਾ। ਮਾਇਆ ਵਾਧੂ ਆਉਣ ਲੱਗੀ, ਮਨ ਵਿੱਚ ਹੰਕਾਰ ਵੱਧ ਗਿਆ। ਹੰਕਾਰ ਦੇ ਵਧਦਿਆਂ ਇਹ ਆਪ ਨੂੰ ਆਪਣੇ ਅੰਦਰੋਂ ਗੁਰੂ ਸਮਝਣ ਲੱਗਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਰੂਪ ਹਾਂ। ਉਹ ਤੋ ਦਿਹਰਾ ਨਵਨ ਗੁਰੂ ਜਹੈ, ਸੇਵਾ ਹਿਤ ਗੁਰ ਬਖਸ਼ ਸਾਧਤ ਹੈ। ਹੁਣ ਗੁਰੂ ਪਿਆਰੇ ਜਿਹੜੀ ਕੇਸਗੜ੍ਹ ਸਾਹਿਬ ਦੀ ਪਹਾੜੀ ਆ, ਇਹ 10ਵੇਂ ਪਾਤਸ਼ਾਹ ਜੀ ਨੇ ਸਾਰਾ ਇੱਥੇ ਵਸੋਂ ਕੀਤੀ ਸੀਗੀ, ਔਰ 9ਵੇਂ ਪਾਤਸ਼ਾਹ ਜੀ ਨੇ ਥੋੜੀ ਦੂਰੀ ਤੇ ਜਿਹੜਾ ਬਾਜ਼ਾਰ ਦੀ ਭੀੜੀ ਗਲੀ ਵਿੱਚੋਂ ਲੰਘ ਕੇ ਜਾਂਦੇ ਆ, ਜਿਹੜੇ ਪਾਸੇ 9ਵੇਂ ਪਾਤਸ਼ਾਹ ਜੀ ਨੇ ਆ ਕੇ ਚਰਨ ਪਾਏ ਸਨ, ਜਗ੍ਹਾ ਵਸਾਈ ਸੀ, ਜਿੱਥੇ ਭੋਰਾ ਸਾਹਿਬ ਵੀ ਹੈ 9ਵੇਂ ਪਾਤਸ਼ਾਹ ਜੀ ਦਾ। ਉਸ ਅਸਥਾਨ ਦੇ ਉੱਤੇ ਜਦੋਂ ਸਤਿਗੁਰੂ ਪਾਤਸ਼ਾਹ ਇਸੋਂ ਤੁਰਨ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡਣ ਤੋਂ ਕੁਝ ਦਿਨ ਪਹਿਲਾਂ ਇੱਕ ਸਿੱਖ ਦੀ ਡਿਊਟੀ ਲਾਉਂਦੇ ਆ, ਜੋ ਸਿੱਖ ਵੀ ਹੈ ਤੇ ਸਾਧੂ ਵੀ ਹੈ, ਬ੍ਰਹਮ ਗਿਆਨੀ ਵੀ ਹੈ, ਭਜਨ ਬੰਦਗੀ ਵਾਲਾ ਮਨੁੱਖ ਹੈ, ਜਿਸ ਦਾ ਨਾਮ ਹੈ ਸਾਧ ਗੁਰਬਖਸ਼। ਇਹ ਸਾਧ ਦੀ ਡਿਊਟੀ ਲਾਉਂਦੇ ਨੇ ਬਈ ਤੂੰ 9ਵੇਂ ਪਾਤਸ਼ਾਹ ਦੇ ਸਥਾਨ ਤੇ ਰਹਿਣਾ, ਔਰ ਉੱਥੇ ਦੀਵਾ ਬੱਤੀ ਚੱਲਦੀ ਰਵੇ, ਉੱਥੇ ਝਾੜੂ ਆਦਿ ਮਾਰਦਾ ਰਹੀਂ, ਤੇਰਾ ਜਲ ਪਾਣੀ ਦਾ ਇੰਤਜ਼ਾਮ ਉੱਥੇ ਹੀ ਹੁੰਦਾ ਰਹੇਗਾ, ਫਿਕਰ ਨਾ ਕਰੀ ਖਾਣ ਪੀਣ ਦਾ। ਇਹ ਗੁਰਬਖਸ਼ ਸਾਧੂ ਗੁਰੂ ਪਾਤਸ਼ਾਹ ਜੀ ਦਾ ਵਚਨ ਮੰਨ ਕੇ 9ਵੇਂ ਪਾਤਸ਼ਾਹ ਜੀ ਦਾ ਜੋ ਭੋਰਾ ਸਾਹਿਬ ਅਸਥਾਨ ਵਾਲਾ ਗੁਰੂ ਘਰ ਹੈ, ਥੋੜ੍ਹਾ ਆਪਾਂ ਭੀੜੇ ਬਾਜ਼ਾਰ ਵਿੱਚੋਂ ਲੰਘ ਕੇ ਪਰਾਂ ਨੂੰ ਜਾਂਦੇ ਹਾਂ, ਤਾਂ ਉੱਥੇ ਗੁਰਬਖਸ਼ ਸਾਧੂ ਜਿਹੜਾ ਹੈ ਡਿਊਟੀ ਨਿਭਾ ਰਿਹਾ ਹੈ। ਝਾੜੂ ਬਰਦਾਰ ਹੈ, ਗੁਰੂ ਕਾ ਸੇਵਾਦਾਰ ਹੈ, ਉੱਥੇ ਸਾਰੀ ਸੇਵਾ ਸੰਭਾਲ ਕਰਦਾ ਹੈ। ਆਪ ਗੁਰੂ ਤਿਰ ਕਰਤੈ ਗਹੇ, ਧੂਪ ਦੀਪ ਆਦਿਕ ਕ੍ਰਿਤ ਕਏ। ਆਪ ਸਤਿਗੁਰੂ ਪਾਤਸ਼ਾਹ ਜੀ ਇਸ ਸਾਧੂ ਦੀ, ਇਸ ਗੁਰਬਖਸ਼ ਦੀ, ਸਿੰਘ ਸ਼ਬਦ ਨਾਲ ਨਹੀਂ ਲੱਗਿਆ, ਕਿਉਂਕਿ ਗੁਰਬਖਸ਼ ਸਿੱਖੀ ਵਿੱਚ ਬਹੁਤ ਹੋਏ ਹੈ। ਬੰਦਾ ਸਿੰਘ ਬਹਾਦਰ ਦਾ ਨਾਮ ਵੀ ਗੁਰਬਖਸ਼ ਸਿੰਘ ਰੱਖਿਆ ਗਿਆ, ਔਰ ਭਾਈ ਰਾਮ ਕੋਇਰ ਜੀ ਉਹਨਾਂ ਨੇ ਵੀ ਅੰਮ੍ਰਿਤ ਛਕ ਨਾਮ ਗੁਰਬਖਸ਼ ਸਿੰਘ ਰੱਖਿਆ ਗਿਆ।
ਇਹਦੇ ਨਾਲ ਸਿੰਘ ਇਸੇ ਕਰਕੇ ਨੇ ਲਾਇਆ ਵੀ ਇਹ ਉਹਨਾਂ ਜੋ ਨਹੀਂ ਹੈ। ਬਹੁਤ ਸਤਨਾਮ, ਇਹ ਸਾਧੂ ਹੈ ਤਾਂ ਗੁਰੂ ਦਾ ਪਿਆਰਾ ਹੈ। ਇਹ ਸਾਧੂ ਗੁਰਬਖਸ਼ ਹੈ ਜਿਹੜਾ ਗੁਰੂ ਦੀ ਬਖਸ਼ਿਸ਼ ਲੈਣ ਵਾਲਾ ਉੱਥੇ ਦੀਵਾ ਬੱਤੀ ਕਰਦਾ ਹੈ ਜਿੱਥੇ ਇਹਨੂੰ ਗੁਰੂ ਸਾਹਿਬ ਡਿਊਟੀ ਲਾ ਗਏ। ਅਖਲੀ ਸਵਾਸਾਂ ਤੱਕ ਇਹ ਉੱਥੇ ਹੀ ਸੇਵਾ ਕਰਦਾ ਹੈ। ਤਿਨ ਇੱਕ ਦਿਨ ਅਵਲੋਕਿਓ ਆਨ ਤੇਰਿਓ ਗੁਲਾਬ ਰਾਏ ਗੁਰਥਾਨ। ਇੱਕ ਦਿਨ ਕਿਤੇ ਘੁੰਮਦਾ ਘਮਾਉਂਦਾ ਗੁਰਬਖਸ਼ ਆਪਣੇ 9ਵੇਂ ਪਾਤਸ਼ਾਹ ਸਥਾਨ ਤੋਂ ਵਿੱਚੋਂ ਦੀ ਹੁੰਦਾ ਹੋਇਆ ਸ਼ਹਿਰ ਦੇ ਕਿਤੇ ਉੱਥੇ ਪਹੁੰਚ ਗਿਆ ਜਿੱਥੇ ਗੁਲਾਬ ਰਾਏ ਮੰਜੀ ਲਾ ਕੇ ਬਹਿੰਦਾ ਸੀ। ਇਹਨੇ ਆ ਕੇ ਕੀ ਵੇਖਿਆ ਵੀ ਆਹ ਪਹਾੜੀ ਕੇਸਗੜ੍ਹ ਸਾਹਿਬ ਵਾਲੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਆ। ਇੱਥੇ ਤਾਂ ਉਹਨਾਂ ਦੇ ਆਸਣ ਸਿੰਘਾਸਣ ਸਜਦੇ ਸਨ ਤੇ ਇਹ ਉੱਥੇ ਮੰਜੀ ਲਾ ਕੇ ਬੈਠਾ ਹੈ। ਇਹ ਗੱਲ ਠੀਕ ਨਹੀਂ ਹੈ। ਸਹੀ ਨਾ ਗਈ ਅਵਗਿਆ ਹੀਰ ਹੱਥ ਜੋਰ ਬੋਲਿਓ ਤਿਸ ਬੀਰ। ਉਹ ਸਾਧੂ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਗੁਲਾਬ ਰਾਏ ਨੂੰ, ਬਈ ਮਿੱਤਰਾ ਗੱਲ ਸੁਣ ਲਾ, ਆਹ ਤੂੰ ਗਲਤ ਕਰ ਰਿਹਾ, ਬਾਕੀ ਤੂੰ ਠੀਕ ਕੀਤਾ। ਅਨੰਦਪੁਰ ਸਾਹਿਬ ਦੀ ਧਰਤੀ ਵਾਪਸ ਲੈ ਲਈ ਹੈ, ਉਹਦੀ ਵਸਾਉ ਕਰ ਦਿੱਤੀ ਹੈ ਔਰ ਲੋਕ ਹੁਣ ਹੌਲੀ ਹੌਲੀ ਵਸਣ ਵੀ ਲੱਗ ਪਏ ਹਨ। ਚੰਗੀ ਗੱਲ ਹੈ, ਧੰਨਵਾਦ ਹੈ, ਸ਼ਾਬਾਸ਼ ਹੈ, ਗੁਰੂ ਸਾਹਿਬ ਨੇ ਤੇਥੋਂ ਸੇਵਾ ਲਈ ਆ। ਪਰ ਆਹ ਗੱਲ ਗਲਤ ਹੈ, ਜਿਸ ਪਹਾੜੀ ਉੱਤੇ 10ਵੇਂ ਪ੍ਰੀਤਮ ਆ ਕੇ ਵਿਰਾਜਦੇ ਸਨ, ਆਸਣ ਲਾ ਕੇ ਸੰਗਤਾਂ ਦਰਸ਼ਨ ਦਿੰਦੇ ਸਨ, ਤੂੰ ਇੱਥੇ ਮੰਜੀ ਨਹੀਂ ਢਾ ਸਕਦਾ। ਪੂਜਾ ਨੀਨ ਆਦਿ ਕ੍ਰਿਤ ਸਾਰੀ ਸਭ ਕਰੀਏ ਨੈ ਕੋ ਹਟਕਾਰੀ। ਸਭ ਕੁਝ ਕਰੀ ਜਾ, ਚੜਾਵਾ ਲਈ ਜਾ, ਹੁਣ ਕਿਹਨੇ ਲੈਣਾ, ਤੇਰੇ ਰੋਗਾ ਹੀ ਆ, ਤੂੰ ਲਈ ਜਾ। ਪੂਜਾ ਕਰਾਈ ਜਾ, ਪੂਜਾ ਲਈ ਜਾ, ਜੋ ਮਰਜ਼ੀ ਕਰੀ ਜਾ, ਤੈਨੂੰ ਕੋਈ ਨਹੀਂ ਰੋਕਦਾ। ਪਰ ਬੈਠਨੋ ਚਿਤਨਾ ਗੁਰ ਕੀ ਥਾਨ ਬੰਧਨ ਜੋਗ ਸਭਨ ਕੀ ਜਾਨ। ਇਹ ਜਿਹੜੀ ਪਹਾੜੀ ਕੇਸਗੜ੍ਹ ਸਾਹਿਬ ਵਾਲੀ ਹੈ ਜਿੱਥੇ ਪਾਤਸ਼ਾਹ ਜੀ ਬੈਠਦੇ ਸਨ, ਅੱਜ ਵੀ ਉਸ ਸਥਾਨ ਤੇ ਮੂਹਰੇ ਪ੍ਰਕਾਸ਼ ਹੈ ਥੋੜਾ ਨੀਵਾਂ ਕਰਕੇ, ਤੇ ਉਸ ਕਮਰੇ ਦੇ ਅੰਦਰ ਉੱਥੇ ਕਮਰਾ ਬਣਿਆ, ਉਹਦੇ ਵਿੱਚ ਪਾਤਸ਼ਾਹ ਜੀ ਦੇ ਸਮੇਂ ਦੇ ਸ਼ਾਸਤਰ ਰੱਖੇ ਹੋਏ ਆ ਜਿਹੜੇ ਆਪਾਂ ਨੂੰ ਦਰਸ਼ਨ ਵੀ ਕਰਾਉਂਦੇ ਆ ਜਦੋਂ ਆਪਾਂ ਅਨੰਦਪੁਰ ਸਾਹਿਬ ਜਾਂਦੇ ਆ। ਗੁਰੂ ਪਿਆਰੋ ਸਿੰਘ ਉਸ ਕਮਰੇ ਦੇ ਵਿੱਚੋਂ ਹੀ ਸ਼ਾਸਤਰ ਪਲ੍ਹਗੇ ਤੋਂ ਲੈ ਕੇ ਆਉਂਦੇ ਆ ਤੇ ਦੱਸਦੇ ਆ ਵੀ ਇਹ ਸ਼ਾਸਤਰ ਸਾਡੇ ਕੋਲ ਕਿਹੜੇ ਕਿਹੜੇ ਗੁਰੂਆਂ ਦੇ ਆ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਭਾਈ ਗੁਰਬਖਸ਼ ਸਾਧੂ ਨੇ ਇਸ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਆ, ਤੂੰ ਪੂਜਾ ਕਰਵਾਈ ਜਾ, ਚੜਾਵਾ ਲਈ ਜਾ, ਜੋ ਮਰਜ਼ੀ ਕਰ, ਮੈਂ ਤੈਨੂੰ ਰੋਕਦਾ ਨਹੀਂ, ਪਰ ਕਿਰਪਾ ਕਰਕੇ ਇਹ ਪਹਾੜੀ ਉੱਤੇ, ਇਹ ਜਗ੍ਹਾ ਦੇ ਉੱਤੇ ਜਿੱਥੇ 10ਵੇਂ ਪਾਤਸ਼ਾਹ ਜੀ ਦੇ ਚਰਨ ਪਏ ਨੇ, ਇੱਥੇ ਤੂੰ ਮੰਜੀ ਨਾ ਢਾ, ਸਾਈਡ ਤੇ ਜਿੱਥੇ ਮਰਜ਼ੀ ਆਪਦਾ ਨਵਾਂ ਬਣਾ ਲੈ। ਥਾਨ ਬਨਾਵੋ ਆਪਨ ਦੂਜਾ ਤਹਾਂ ਬੈਠ ਲੀਜੀ ਸਭ ਪੂਜਾ। ਆਪਦੇ ਵਾਸਤੇ ਹੋਰ ਤੇ ਇੰਤਜ਼ਾਮ ਕਰ ਲਾ, 60 ਕਮਾ ਜ਼ਮੀਨ ਪਈ ਆ, ਜਿੱਥੇ ਮਰਜ਼ੀ ਕਰ ਲਾ। ਇਹ ਕੇਸਗੜ੍ਹ ਦੀ ਪਹਾੜੀ ਛੱਡ ਦੇ, ਇੱਥੋਂ ਮੰਜਾ ਚੱਕ ਲੈ। ਸੁਣਤ ਗੁਲਾਬ ਰਾਏ ਰਿਸ ਭਰਿਓ ਕਿਉਂ ਫੁਕਰੇ ਮੋਏ ਦੇਖਤ ਜਰਿਓ। ਹੁਣ ਗੁਰੂ ਪਿਆਰਿਓ, ਮਾਇਆ ਦਾ ਸੁਭਾਅ ਹੀ ਐਸਾ ਹੈ। ਇਨ ਮਾਇਆ ਜਗਦੀਸ਼ ਗੁਦਾਈ ਤੁਮਰੇ ਚਰਨ ਵਿਸਾਰੇ, ਮਾਇਆ ਹੋਈ ਨਾਗਨੀ, ਜੋ ਇਸकी ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਇਹੋ ਜਿਹੇ ਅਨੇਕਾਂ ਬਚਨ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤੇ ਸਤਿਗੁਰਾਂ ਨੇ। ਦੇਖੋ ਅੱਜ ਇਹਦੇ ਕੋਲੇ ਮਾਇਆ ਆਉਣ ਲੱਗ ਪਈ ਆ। ਗੁਰੂ ਸਾਹਿਬ ਨੇ ਸ਼ਾਇਦ ਇਹਨੂੰ ਇਸੇ ਕੰਮ ਵਾਸਤੇ ਬਚਾਇਆ ਸੀਗਾ, ਨਾਲ ਨਹੀਂ ਲੱਗੇ ਅਨੰਦਪੁਰ ਛੱਡਣ ਵੇਲੇ ਬਈ ਉਸ ਤੋਂ ਬਾਅਦ ਇਹਨੇ ਇੱਥੇ ਡਿਊਟੀ ਵਜਾਉਣੀ ਆ। ਪਰ ਹੋਇਆ ਕੀ, ਜਦੋਂ ਇਹ ਸਾਧੂ ਨੇ ਨਿਮਰਤਾ ਸਹਿਤ ਨੂੰ ਰੋਕਣਾ ਕੀਤਾ, ਇਹਨੂੰ ਨਹੀਂ ਪਤਾ ਕਿ ਇਹਦੇ ਅੰਦਰ ਵੀ ਕੋਈ ਰੱਬ ਦੀ ਦਾਤ ਹੈਗੀ ਆ। ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਣੋ ਸਹਿ ਕੌਣ ਪਿਆਰੀ। ਪਤਾ ਨਹੀਂ ਕਿਹਦੇ ਅੰਦਰ ਰੱਬ ਬੈਠਾ ਹੋਵੇ, ਕਿਹਦਾ ਬੋਲਿਆ ਬਚਨ ਤੀਰ ਵਾਂਗੂ ਲੱਗ ਜੇ, ਪਤਾ ਨਹੀਂ ਹੁੰਦਾਗਾ। ਇਸ ਕਰਕੇ ਪਾਤਸ਼ਾਹ ਨੇ ਕਿਹਾ ਏਕ ਭਾਏ ਦੇਖੋ ਸਭ ਨਾਰੀ। ਨਾਰੀ ਦਾ ਮਤਲਬ ਜੀਵ ਆਤਮਾ, ਇਸਤਰੀਆਂ ਨੂੰ ਨਹੀਂ ਕਿਹਾ, ਆਪਾਂ ਨੂੰ ਸਾਰਿਆਂ ਨੂੰ, ਵਿੱਚ ਇਸਤਰੀਆਂ ਵਿੱਚ ਮਨੁੱਖ, ਬਈ ਸਾਰੇ ਜੀਵਾਂ ਨੂੰ ਇੱਕ ਨਜ਼ਰ ਨਾਲ ਦੇਖੋ। ਪਤਾ ਨਹੀਂ ਕਿਹਦੇ ਵਿੱਚ ਰੱਬ ਨੇੜੇ ਵਸਦਾ ਹੋਵੇ, ਕਿਹਦੀ ਭਜਨ ਬੰਦਗੀ ਵਾਲੀ ਹੋਵੇ। ਕਈ ਵਾਰੀ ਗਿੱਜਿਆ ਬੰਦਾ ਲੋਕਾਂ ਨੂੰ ਡਿਸਟਰਬ ਕਰਦਾ, ਕਿਸੇ ਤਕੜੇ ਨਾਲ ਵੀ ਅੜ ਬਹਿੰਦਾ ਤੇ ਫਿਰ ਅਗਲਾ ਸਿੰਘ ਜੇ ਝਾੜ ਦਿੰਦਾ। ਕੋਈ ਸਤਿਗੁਰ, ਉਹੀ ਗੱਲ ਸ਼ਾਇਦ ਗੁਲਾਬ ਰਾਏ ਨਾਲ ਹੋਈ ਅੱਜ। ਜਦੋਂ ਇਹ ਸਾਧੂ ਨੇ ਰੋਕਿਆ, ਕਹਿੰਦਾ ਜਾ ਓਏ ਜਾ ਫੁਕਰਿਆ, ਤੂੰ ਮੇਰੀ ਅਵੱਗਿਆ ਕਰਦਾ ਹੈ, ਇਹ ਚੰਗੀ ਗੱਲ ਨਹੀਂ ਹੈ ਤੇਰੀ। ਪੁਰ ਉਜਰਿਓ ਨੈ ਕਿਨੋ ਬਸਾਇਓ ਗੁਰ ਕੋ ਅਦਬ ਨਾ ਕਿਨ ਰਖਵਾਇਓ। ਤਾਂ ਹੁਣ ਤੂੰ ਆ ਗਿਆ ਮੈਨੂੰ ਸਮਝਾਉਣ ਵਾਸਤੇ। ਜਦੋਂ ਇਹ ਉਜੜਿਆ ਹੋਇਆ ਆਨੰਦਪੁਰ ਸੀਗਾ, ਉਦੋਂ ਕਿਉਂ ਨਾ ਬਸਾਇਆ ਇਸ ਨੂੰ? ਹੁਣ ਤੂੰ ਮੈਨੂੰ ਗਿਆਨ ਦੇਣ ਆ ਗਿਆ ਹੈ, ਤੈਨੂੰ ਪਹਿਲਾਂ ਨਹੀਂ ਗੁਰੂ ਦੀ ਅਦਬ ਦਾ ਪਤਾ ਸੀਗਾ?
ਤੈਨੂੰ ਪਤਾ ਇਸ ਸਥਾਨ ਦਾ ਪਤਾ ਨਹੀਂ ਸੀਗਾ ਪਹਿਲਾਂ ਵੀ ਗੁਰੂ ਦਾ ਸਥਾਨ ਹੈ, ਪਹਿਲਾਂ ਕਿਉਂ ਨਾ ਆ ਕੇ ਸੰਭਾਲਿਆ? ਗਾਇਓ ਪਾਏ ਕਰਦੀ ਕਰ ਦਰਬ ਫਿਰ ਤੂੰ ਤੇ ਵਸਾਇਓ ਸਰਬ। ਮੈਂ ਪੈਸੇ ਇਕੱਠੇ ਕੀਤੇ, ਮੈਂ ਮਾਇਆ ਇਕੱਠੀ ਕਰਕੇ ਕਹਿਲੂਰ ਦੇ ਰਾਜੇ ਨੂੰ ਦਿੱਤੀ, ਇਹ ਆਨੰਦਪੁਰ ਦਾ ਇਲਾਕਾ ਵਾਪਸ ਲਿਆ, ਮੈਂ ਇਹਨੂੰ ਵਸਾਇਆ। ਕਿਰਪਾ ਤਾਂ ਗੁਰੂ ਸਾਹਿਬ ਦੀ ਹੈ, ਜੀ ਤੋਂ ਸੇਵਾ ਲੈਣੀ ਹੈ, ਪਰ ਜਦੋਂ ਬੰਦੇ ਵਿੱਚ ਮੈਂ ਆ ਜਾਂਦੀ ਹੈ ਤੇ ਉਦੋਂ ਸਮਝੋ ਇਹ ਖਾਤਮੇ ਵੱਲ ਚੱਲ ਪਿਆ। ਕੋ ਸਤਨਾਮ ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਇਹਦੇ ਮਨ ਵਿੱਚ ਹੰਕਾਰ ਆ ਗਿਆ, ਕਹਿੰਦਾ ਪਹਿਲਾਂ ਨਾ ਆ ਕੇ ਵੇਖਿਆ ਗੁਰੂ ਦਾ ਥਾਨ ਤੂੰ, ਪਹਿਲਾਂ ਨਾ ਅਦਬ ਕੀਤਾ, ਹੁਣ ਜਦੋਂ ਮੈਂ ਆ ਕੇ ਵਸਾ ਲਿਆ ਹੁਣ ਤੈਥੋਂ ਜਰਿਆ ਨਹੀਂ ਜਾਂਦਾ। ਗੁਰ ਤਨ ਬਿਰਧ ਕਰੀ ਤਨ ਲਾਇਓ ਲੋਕਨ ਤੇ ਤੈ ਮਾਥ ਟਿਕਾਇਓ। ਔਰ ਮੈਂ ਗੁਰੂ ਦੇ ਸਥਾਨ ਨੂੰ ਪ੍ਰਗਟ ਕੀਤਾ, ਦੁਬਾਰਾ ਵਸਾਉਣਾ ਕੀਤਾ, ਲੋਕਾਂ ਤੋਂ ਇਸ ਸਥਾਨ ਦਾ ਆਪਣਾ ਸਤਕਾਰ ਕਰਵਾਇਆ ਹੈ। ਤੂੰ ਸੇਵਕ ਸੇਵਾ ਪਰ ਰਾਖਾ ਸਮਤਾ ਹਿਤ ਕਹਿ ਬੋ ਕਿਮ ਕਾਖਾ। ਜਾ ਜਾ ਤੇਰੀ ਡਿਊਟੀ ਬਾਬੇ ਨੇ ਉੱਥੇ ਲਾਈ ਹੈ ਭੋਰਾ ਸਾਹਿਬ ਤੇ ਨੌਵੇਂ ਪਾਤਸ਼ਾਹ ਦੇ ਸਥਾਨ ਤੇ, ਤੂੰ ਉੱਥੇ ਝਾੜੂ ਮਾਰ ਆਪਦਾ, ਉੱਥੋਂ ਦੀ ਸੇਵਾ ਕਰ ਲੈ, ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ। ਹੰਕਾਰ ਵਿੱਚ ਉਹ ਸਾਧੂ ਗੁਰਬਖਸ਼ ਨੂੰ ਕਹਿੰਦਾ ਕਾਰਜ ਕਰ ਬੇਸ਼ਕਤ ਨ ਕੋਈ ਅਪਰਜ ਕਰਿਓ ਈਰਖਾ ਹੋਈ। ਨਾ ਤੂੰ ਉਦੋਂ ਦਾ ਬੈਠਾ, ਤੂੰ ਨਾ ਕੁਝ ਕੀਤਾ, ਜੇ ਕੋਈ ਹੋਰ ਇਸ ਨੂੰ ਕਰਨ ਲੱਗੇ ਆ ਤੇ ਤੇਰੇ ਨਾਲ ਈਰਖਾ ਪੈਦਾ ਹੋ ਗਈ ਤੈਨੂੰ ਮੇਰੇ ਨਾਲ, ਵੀ ਲੋਕ ਮੈਨੂੰ ਮੱਥੇ ਟੇਕਦੇ ਆ ਇਸ ਕਰਕੇ। ਤਬ ਨਾ ਈਰਖਾ ਕਿਨੋ ਕਰੀ ਆਮਦਨੀ ਪਿਕ ਅਬ ਮਤ ਜਰੀ। ਜਦੋਂ ਮੈਂ ਇਹ ਜਗ੍ਹਾ ਨੂੰ ਬਣਵਾ ਰਿਹਾ ਸੀਗਾ, ਜਦੋਂ ਮੈਂ ਮੁੱਲ ਖਰੀਦੀ ਸੀ 60,000 ਰੁਪਇਆ ਦੇ ਕਰਕੇ, ਔਰ ਜਦੋਂ ਮੈਂ ਤਿਆਰ ਕਰਵਾ ਰਿਹਾ ਸੀ ਸਾਰੇ ਸਥਾਨਾਂ ਨੂੰ, ਉਦੋਂ ਕਿਸੇ ਨੇ ਆ ਕੇ ਪੁੱਛਿਆ ਨਹੀਂ, ਕਹਿੰਦਾ ਉਦੋਂ ਈਰਖਾ ਕਰਨੀ ਸੀ ਨਾ। ਹੁਣ ਜਦੋਂ 4 ਪੈਸੇ ਆਉਣ ਲੱਗ ਪਏ, ਜਦੋਂ ਆਮਦਨ ਆਉਣ ਲੱਗ ਪਈ, ਤੇ ਹੁਣ ਤੂੰ ਮੇਰੇ ਨਾਲ ਈਰਖਾ ਕਰਦਾ ਹੈ। ਮੁਝੇ ਆਗੇ ਅਬ ਦਿਓ ਨਾ ਦਿਖਾਈ ਦੂਰ ਕਰੋ ਕਹਿ ਬੁਰਿਆਈ। ਔਰ ਤੁਹਾਨੂੰ ਪਤਾ ਹੈ ਸਾਧ ਸੰਗਤ ਜੀ, ਇਹਦੇ ਨਾਲ ਵੀ ਉਹੇ ਬੰਦੇ ਜਿਹੜੇ ਹੁੰਦੇ ਆ ਕੁੱਟਣ ਮਾਰਨ ਵਾਲੇ, ਉਹ ਵੀ ਨਾਲ ਜੁੜ ਜਾਂਦੇ ਆ, ਹਸਾਰੀ ਰੱਖਦੇ ਆ। ਜਿਵੇਂ ਅਜੀਤ ਸਿੰਘ ਨੇ ਬੰਦੇ ਰੱਖੇ ਸੀਗੇ, ਜਿਵੇਂ ਉਹਦੇ ਪੁੱਤਰ ਹੱਠੀ ਨੇ ਬੰਦੇ ਰੱਖ ਲਏ ਨਾਲ, ਇਹਦੇ ਨਾਲ ਵੀ ਬੰਦੇ ਜੁੜ ਗਏ ਹੋਣਗੇ। ਹੋਰ ਛੱਡੋ ਬਾਬਾ ਜੀ, ਤੁਸੀਂ ਪਰੇ ਹਟੋ, ਅਸੀਂ ਵੇਖਦੇ ਆ ਕੀ ਕਹਿੰਦਾ ਇਹ। ਕੋ ਸਤਨਾਮ। ਉਹਨਾਂ ਲੱਠ ਮਾਰਿਆਂ ਨੂੰ ਕਹਿੰਦਾ ਓਏ ਪਰੇ ਕਰੋ ਇਹ ਸਾਧ ਨੂੰ, ਸਾਡੇ ਨਾਲ ਬੋਲਦਾ ਹੈ। ਤੀਨ ਚਾਰ ਨਰ ਉਠਤ ਤਕਾਲਾ ਪਕਰਤ ਕੀਲਤ ਬਹਿਰ ਨਿਕਾਲਾ। ਉਹਨਾਂ ਨੇ ਗੁਰੂ ਪਿਆਰੋ 3-4 ਬੰਦਿਆਂ ਨੇ ਬਜ਼ੁਰਗ ਨੂੰ, ਸਾਧ ਨੂੰ ਬਾਹੋਂ ਫੜਿਆ ਤੇ ਉਸ ਕੇਸਗੜ੍ਹ ਦੀ ਧਰਤੀ ਤੋਂ ਜਿੱਥੇ ਮੰਜਾ ਢਾ ਕੇ ਬੈਠਾ ਸੀਗਾ, ਇਸ ਗੁਰਬਖਸ਼ ਸਾਧੂ ਨੂੰ ਪਰੇ ਲੈ ਗਏ। ਜਾਨ ਅਬ ਕਿਆ ਕੋ ਅਪਰਾਧੋ ਦਿਓ ਸ਼ਰਾਫ ਕੋਪਿਓ ਤਬ ਸਾਧੂ। ਹੁਣ ਜਦੋਂ ਉਹ ਸਾਧੂ ਦੀ ਇਹਨਾਂ ਨੇ ਇਸ ਤਰ੍ਹਾਂ ਬੇਅਦਬੀ ਕੀਤੀ, ਧੱਕੇ ਮਾਰੇ, ਉਸ ਕੇਸਗੜ੍ਹ ਦੀ ਧਰਤੀ ਤੋਂ ਥੱਲੇ ਲਾ ਦਿੱਤਾ, ਇਸ ਨੂੰ ਪਰੇ ਕਰ ਦਿੱਤਾ, ਤੇ ਇਹ ਤੋਂ ਵੀ ਫਿਰ ਝੱਲਿਆ ਨਾ ਗਿਆ। ਇਹਦੇ ਮੁਖ ਚੋਂ ਵੀ ਬਚਨ ਨਿਕਲ ਗਏ। ਫਿਰ ਜਿਹਨੂੰ ਤੁਸੀਂ ਸ਼ਰਾਬ ਕਹਿ ਦਿਓ, ਕੁਛ ਵੀ ਕਹਿ ਦਿਓ। ਏਤਕ ਦਿਨ ਮੇ ਜੜ ਉਕਰੇ ਹੈ ਸੁਤ ਸਮੇਤ ਤੁਰਤ ਹੀ ਛੈ। ਲੈ ਸੁਣ ਲਾ, ਫਿਰ ਥੋੜੇ ਦਿਨਾਂ 'ਚ ਹੀ ਤੇਰੀਆਂ ਜੜਾਂ ਪੱਟੀਆਂ ਜਾਣਗੀਆਂ, ਤੂੰ ਆਪਣੇ ਪਰਿਵਾਰ ਸਮੇਤ ਪੁੱਤਰਾਂ ਸਮੇਤ ਖਤਮ ਹੋਵੇਂਗਾ। ਇਮ ਕਹਿ ਦਿਓ ਆਪਣੇ ਡੇਰੇ ਸੇਵ ਦਿਓਰੇ ਕਰੇ ਕਨੇਰੇ। ਔਰ ਇਹਨਾਂ ਕਹਿ ਕੇ ਉਹ ਸਾਧੂ ਗੁਰਬਖਸ਼ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਆ ਗਿਆ। ਪਰ ਦਿਲ ਦੇ ਵਿੱਚ ਤਾਂ ਉਹ ਤਾਰ ਵੱਜੀ ਜਾਂਦੀ ਹੈ ਨਾ ਕਿ ਮਹਾਰਾਜ ਮੈਂ ਤੇਰੇ ਸਤਿਕਾਰ ਦੇ ਵਿੱਚ ਜਾ ਕੇ ਉਹਨੂੰ ਸਮਝਾਇਆ ਸੀ, ਪਰ ਉਹਨੇ ਮੇਰੀ ਬੇਇੱਜ਼ਤੀ ਕੀਤੀ ਆ। ਚਿਤ ਮੈਂ ਤਪੇ ਸਾਧ ਬਹੁ ਤੇਰਾ ਬਾਦ ਅਨਾਦਰ ਕੀ ਨਸ ਮੇਰਾ। ਚਿੱਤ ਵਿੱਚ ਜਿਹੜੀ ਗੱਲ ਆਉਂਦੀ ਆ ਆਤਮਾ ਦੇ ਵਿੱਚ, ਸਮਝੋ ਅਰਦਾਸਾਂ ਹੀ ਹੋਈ ਜਾਂਦੀਆਂ। ਕੋਈ ਸਤਨਾਮ। ਕਿਸੇ ਗਰੀਬ ਨੂੰ ਅਸੀਂ ਤਪਾਵਾਂਗੇ, ਉਹ ਸਾਡੇ ਤੇ ਹੱਥ ਨਹੀਂ ਚੱਕਦਾ, ਸਾਡਾ ਕੁਝ ਵਿਗਾੜ ਨਹੀਂ ਸਕਦਾ, ਪਰ ਉਹਦੀ ਆਤਮਾ ਦੀ ਆਵਾਜ਼ ਨੂੰ ਅਸੀਂ ਨੱਪ ਨਹੀਂ ਸਕਦੇ। ਕਹੋ ਸਤਨਾਮ। ਪਰਮੇਸ਼ਰ ਦੇ ਦਰ ਦੇ ਉੱਤੇ 10ਵੇਂ ਪਾਤਸ਼ਾਹ ਜੀ ਕਹਿੰਦੇ, ਹਾਥੀ ਦੀ ਚੀਖ ਭਾਵੇਂ ਨਾ ਸੁਣੀ ਜਾਵੇ, ਪਰ ਕੀੜੀ ਦੀ ਪਹਿਲਾਂ ਸੁਣੀ ਜਾਂਦੀ ਹੈ। ਹਾਥੀ ਕੀ ਚਿੰਗਾਰ ਪਾਛੈ ਚੀਂਟੀ ਕੀ ਪੁਕਾਰ ਪਹਿਲੇ ਸੁਣੀਅਤ ਹੈ। ਹਾਥੀ ਦੀ ਚਿੰਗਾਰ ਹਜੇ ਨਾ ਪਹੁੰਚੇ ਤਾਂ ਪਰਮੇਸ਼ਰ ਕੋਈ ਨਾ ਪਹੁੰਚੇ, ਪਰ ਜੇ ਕੀੜੀ ਦੇ ਦਿਲ ਦੇ ਵਿੱਚੋਂ ਕੋਈ ਦਰਦ ਨਿਕਲਿਆ ਨਾ, ਤੇ ਉਹਦੀ ਪੁਕਾਰ ਪਹਿਲਾਂ ਸੁਣਦਾ ਹੈ। ਕਹੋ ਸਤਨਾਮ। ਹੁਣ ਇਹ ਸਾਧ ਦੀ ਬੇਅਦਬੀ ਕਰਤੀ ਹੈ ਗੁਰਬਖਸ਼ ਦੀ। ਗੁਰੂ ਕਾ ਸਿੱਖ ਹੈ, ਇਹ ਵੀ ਬਜ਼ੁਰਗ ਹੈ,
ਹੁਣ ਇਸ ਦੇ ਦਿਲ ਦੇ ਵਿੱਚੋਂ ਰੋਜ਼ਾਨਾ ਹੀ ਇਹ ਬਚਨ ਨਿਕਲਣ ਲੱਗੇ ਆ। ਮਹਾਰਾਜ ਦੇਖ ਲਓ, ਮੈਂ ਤਾਂ ਤੁਹਾਡੇ ਸਤਿਕਾਰ ਦੇ ਵਿੱਚ ਸਮਝਾਇਆ ਸੀ, ਪਰ ਮੇਰੀ ਬੇਅਦਬੀ ਕਰ ਦਿੱਤੀ ਹੈ। ਨਾ ਵੀ ਮੂੰਹ ਚੋਂ ਕਹੇ, ਆਤਮਾ ਦੇ ਵਿੱਚੋਂ ਟਕ ਟਕ ਚਲਦੀ ਰਹਿੰਦੀ ਆ। ਗੁਰੂ ਅਵਗਿਆ ਤੇ ਮੈਂ ਕਹਿਓ, ਗਰਭਤ ਮਨ ਤੇ ਲੀਕ ਨ ਲਇਓ। ਮਹਾਰਾਜ ਤੁਹਾਡੇ ਪਵਿੱਤਰ ਸਥਾਨ ਦੀ ਅਵਗਿਆ ਹੋ ਰਹੀ ਸੀ ਤਾਂ ਮੈਂ ਕਿਹਾ, ਪਰ ਹੰਕਾਰ ਨੇ, ਹੰਕਾਰੀ ਬੰਦੇ ਨੇ ਮੇਰੀ ਗੱਲ ਚੰਗੀ ਨਾ ਸਮਝੀ। ਤਗ ਦਿਨ ਬੀਤੇ ਤਿਸ ਪਾਛੇ, ਜੇਸ਼ਟ ਪੁੱਤਰ ਹਿਰਦੇ ਪ੍ਰਭਾਛੇ। ਤਾਂ ਗੁਰੂ ਪਿਆਰਿਓ, ਹੁਣ ਇਹ ਵੀ ਗੁਰੂ ਦੀ ਮਰਜ਼ੀ ਆ। ਗੁਰੂ ਨੇ ਆਪਣੇ ਸਾਹਿਬਜ਼ਾਦੇ ਵੀ ਸ਼ਹੀਦ ਕਰਵਾ ਦਿੱਤੇ। ਬੰਦਾ ਸਿੰਘ ਬਹਾਦਰ ਦਾ ਵੀ ਗੁਰੂ ਪਿਆਰਿਓ ਡਿਊਟੀ ਕਰਾ ਕੇ ਉਹ ਤੋਂ ਸੇਵਾ ਲੈ ਕੇ ਸਾਰੀ ਉਹਨੂੰ ਵੀ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਹੀਦਾਂ ਦੀ ਦਾਤ ਬਖਸ਼ੀ ਆ। ਸ਼ਹੀਦਾਂ ਵਿੱਚੋਂ ਵੀ ਚਲਿਆ ਗਿਆ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਸੌਂਪ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਭਾਵੇਂ ਹੁਣ ਲੱਖਾਂ ਲੋਕ ਇਹਦੀ ਬਰਾਬਰੀ ਕਰਕੇ ਗੁਰੂ ਬਣ ਕੇ ਬੈਠਣ ਦੀ ਕੋਸ਼ਿਸ਼ ਕਰਨ, ਨਹੀਂ ਬਣ ਸਕਦੇ। ਹੋ ਸਕਦਾ ਇਹਦੇ ਦਿਮਾਗ ਦੇ ਵਿੱਚ ਵੀ ਆ ਗਿਆ ਹੋਵੇ ਵੀ ਹੁਣ ਤਾਂ ਆਪਣੀ ਲੈਣ ਚੱਲ ਪੈਣੀ। ਪਹਿਲਾਂ ਮੈਂ ਗੁਰੂ ਬਣਦਾ, ਮੈਂ ਬਾਬਾ ਬਣਦਾ, ਫਿਰ ਮੇਰਾ ਵੱਡਾ ਮੁੰਡਾ ਬਹਿ ਜੂਗਾ, ਫਿਰ ਉਹਦਾ ਮੁੰਡਾ ਬਹਿ ਜੂ, ਫਿਰ ਉਹਦਾ ਮੁੰਡਾ। ਲੰਮੀਆਂ ਨੀਤਾਂ ਗੁਰੂ ਪਿਆਰੋ ਬੰਦਾ ਸੋਚ ਲੈਂਦਾ ਹੈ, ਬਹੁਤ ਲੰਮੀਆਂ। ਇਹਨੇ ਵੀ ਸੋਚੀਆਂ ਹੋਣਗੀਆਂ ਲਾਜ਼ਮੀ, ਪਰ ਗੁਰੂ ਨੂੰ ਇਹ ਨਹੀਂ ਪਾਉਂਦਾ। ਤੇ ਭਾਈ ਗੁਰਬਖਸ਼ ਸਾਧੂ ਦੇ ਰਾਹੀਂ ਪਾਤਸ਼ਾਹ ਜੀ ਨੇ ਇਸ ਦੀ ਗੁਰੂ ਪਿਆਰਿਓ ਡੇਟ ਲਿਖ ਦਿੱਤੀ ਹੈ ਬਈ ਹੁਣ ਤੂੰ ਬਾਲਾ ਚਿਰ ਨਹੀਂ ਵਸੇਗਾ, ਤੂੰ ਤੇਰੀਆਂ ਜੜਾਂ ਵੀ ਪੱਟੀਆਂ ਜਾਣਗੀਆਂ। ਭਾਵ ਜੜਾਂ ਹੁੰਦੀਆਂ ਬੱਚਿਆਂ ਵਿੱਚ, ਤੂੰ ਆਪਣੀ ਜੜ ਪੱਟੇਗਾ। ਥੋੜੇ ਦਿਨਾਂ ਦੇ ਬਾਅਦ ਹੀ ਇੱਕ ਦਿਨ ਕੀ ਹੋਇਆ, ਇਹਦਾ ਵੱਡਾ ਪੁੱਤਰ ਜਿਹਨੂੰ ਬਹੁਤ ਪਿਆਰ ਕਰਦਾ ਸੀ, ਇਸ ਕਾਰਨ ਤੇ ਸੋ ਮਰ ਗਿਓ, ਤਾਉ ਕਰਿਓ ਅਤਿਸ਼ੇ ਦੁਖ ਪਿਓ। ਕਿਸੇ ਕਾਰਨ ਇਸ ਦਾ ਵੱਡਾ ਪੁੱਤਰ ਮਰ ਗਿਆ, ਸੰਸਕਾਰ ਕਰ ਦਿੱਤਾ ਹੈ, ਬੜਾ ਦੁਖੀ ਹੋਇਆ ਹੈ। ਸ਼ੋਕ ਬਿਕੇ ਵਿਆਕਲ ਹੋਏ ਰਹਿਓ, ਖਾਨ ਪਾਨ ਕੋ ਚਿਤਨਾ ਚਾਹਿਓ। ਹੁਣ ਇਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਨਾ ਖਾਣਾ ਨਾ ਪੀਣਾ। ਗੁਰੂ ਪਿਆਰਿਓ ਦਿਨ ਰਾਤ ਦੁਖੀ ਰਹਿੰਦਾ ਹੈ। ਇਸ ਕੀ ਮਾਤ ਬਿਰਦਾਪ ਬਡੇਰੀ, ਮੋਚਤ ਅਸ਼ਰ ਬਾਤ ਬਹੁ ਤੇਰੀ। ਹੁਣ ਮਾਂ ਤੇ ਪਿਓ ਦਾ ਜਿਹੜਾ ਹੈ ਨਾ ਗੁਰੂ ਪਿਆਰਿਓ, ਉਹ ਦਿਲ ਪੁੱਛਿਆ ਹੀ ਲੋੜੀ ਦਾ। ਮਾਂ ਦਾ ਤਾਂ ਬਹੁਤ ਹੀ ਕੋਮਲ ਦਿਲ ਹੈ, ਮਾਂ ਨੂੰ ਨਹੀਂ ਭੁੱਲਦਾ ਆਪਣਾ ਪੁੱਤਰ ਮਰਿਆ ਹੋਇਆ। ਦਿਨ ਰਾਤ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਰਹਿੰਦਾ ਹੈ। ਦਿਵਸ ਤੀਸਰੇ ਜੋ ਸੁਤ ਮਰਿਓ, ਕਹਿ ਨਰ ਸੰਗ ਵੇਰ ਮਿਲ ਪਰਿਓ। ਉਹ ਤੀਜੇ ਚੌਥੇ ਦਿਨ ਕਹਿੰਦੇ ਕੀ ਘਟਨਾ ਘਟੀ ਆ ਕਿ ਬਾਹਰ ਕਿਸੇ ਨੂੰ ਇਸ ਦਾ ਪੁੱਤਰ ਵਿਖਾਈ ਦਿੱਤਾ, ਮਿਲਿਆ। ਅਤਿ ਉਸ ਸਾਇਕ ਦੀਨ ਸਾਥ, ਕਯੋ ਸੰਦੇਸਾ ਪਿਤ ਕੇ ਸਾਥ। ਔਰ ਉਸ ਬੰਦੇ ਨੂੰ ਕਹਿੰਦੇ ਉਸਨੇ ਇੱਕ ਮਰਿਆ ਹੋਇਆ ਖਰਗੋਸ਼ ਫੜਾਇਆ ਤੇ ਕਹਿੰਦਾ ਮੇਰੇ ਪਿਤਾ ਨੂੰ ਸੁਨੇਹਾ ਦੇ ਜਾ ਕੇ। ਸੂਦਤ ਹੋਏ ਕਿ ਮੈਂ ਸੰਕਟ ਧਾਰੋ, ਮੁਝ ਕੋ ਜੀਵਤ ਹੀ ਨਿਰਧਾਰੋ। ਮੇਰੇ ਬਾਪੂ ਨੂੰ ਜਾ ਕੇ ਦੱਸ ਕੇ ਮੈਂ ਮਰਿਆ ਨਹੀਂ ਹੈਗਾ, ਮੈਨੂੰ ਜਿਉਂਦਾ ਹੀ ਸਮਝੋ। ਕਿਉਂ ਐਵੇਂ ਭੁੱਖੇ ਰਹਿ ਕੇ ਮਰਦੇ ਹੋ? ਬਿਨਿਆ ਮਿਖਨੈ ਅਚੀ ਆਹਾਰਾ, ਯਾਤੇ ਪਟਿਓ ਤਿਨੋ ਤਹਿ ਮਾਰਾ। ਔਰ ਮੇਰੇ ਪਿਤਾ ਨੂੰ ਕਹਦੇ ਵੀ ਤੂੰ ਮਾਸ ਤੋਂ ਬਗੈਰ ਰੋਟੀ ਨਹੀਂ ਸੀ ਖਾਂਦਾ ਪਹਿਲਾਂ, ਇਸ ਕਰਕੇ ਆ ਉਹਨੂੰ ਦੇ ਦਿਓ, ਉਹ ਖਾ ਲਵੇ। ਹੋਏ ਮਰਿਓ ਲਖ ਸ਼ੋਕ ਨ ਕੀਜੈ, ਖਾਨ ਪਾਨ ਕਰ ਅਨੰਤ ਥੀਜੈ। ਖਾਓ ਪੀਓ ਐਸ਼ ਕਰੋ ਆਨੰਦ ਮਾਣੋ, ਮੈਨੂੰ ਮਰਿਆ ਨਾ ਸਮਝੋ। ਸੁਨ ਲੈ ਕਰ ਸੋ ਮਨ ਵਿਆਇਓ, ਸੁਤ ਕੋ ਕਹਿ ਬੋ ਸਕਲ ਸੁਨਾਇਓ। ਕਹਿੰਦੀ ਉਸ ਬੰਦੇ ਨੇ ਉਹ ਸੁਨੇਹਾ ਲਿਆ ਕੇ ਉਸ ਨੂੰ ਦੇ ਦਿੱਤਾ ਹੈ। ਸੁਨਤ ਗੁਲਾਬ ਰਾਏ ਸੋ ਹਰਖਿਓ, ਸ਼ਕਤ ਸਹਿਤ ਨੇ ਜੋ ਸੁਤ ਕੋ ਪਰਖਿਓ। ਔਰ ਗੁਲਾਬ ਰਾਏ ਨੇ ਸੋਚਿਆ ਕਿ ਸ਼ਾਇਦ ਮੇਰੇ ਪੁੱਤਰ ਵਿੱਚ ਇਹ ਸ਼ਕਤੀ ਆ ਗਈ ਹੈ ਕਿ ਉਹ ਮਰਨ ਤੋਂ ਬਾਅਦ ਵੀ ਇਸ ਬੰਦੇ ਨੂੰ ਮਿਲਿਆ, ਤਾਂ ਬੜਾ ਖੁਸ਼ ਹੋਇਆ। ਕਹਿੰਦੇ ਨੀ ਕਰ ਮਾਸ ਬਨਾਏ ਰਿਦਾਇਓ, ਨਿਜ ਕਰ ਮੈਂ ਤੇ ਭਾਗ ਪਠਾਇਓ। ਔਰ ਘਰੇ ਆ ਗਿਆ, ਘਰ ਵਾਲੀ ਨੂੰ ਕਹਿੰਦਾ ਲੈ ਭਗਵਾਨੇ ਆ ਬਣਾ ਕੇ ਦੇ, ਮੈਂ ਖਾਣਾ ਹੈ। ਸੁਨ ਕਰ ਸੁਤ ਕੀ ਮਾਤ ਰਿਸਾਨੀ, ਭਈ ਪੋਪਤ ਨਿਠੁਰ ਬਖਾਨੀ। ਕਹਿੰਦੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਕਠੋਰ ਨਿਠੁਰ ਕਠੋਰ ਬਚਨਾਂ ਵਿੱਚ ਬੋਲੀ, ਮਾੜੀ ਮੋਟੀ ਸੋਚ ਤੂੰ, ਤੇਰਾ ਜਵਾਨ ਪੁੱਤਰ ਮਰਿਆ, ਤੈਨੂੰ ਮਾਸ ਖਾਣ ਦੀ ਲੱਗੀ ਆ। ਆਮਿਕ ਖਾਨ ਬਿਨਾ ਉਕਲਾਵੈ, ਅਨਕ ਫਰੀਬਨ ਬਾਤ ਬਣਾਵੈ। ਐਵੇਂ ਬਹਾਨੇ ਬਣਾਉਣਾ ਤੂੰ ਮਾਸ ਖਾਣ ਦੇ, ਮੈਨੂੰ ਪਤਾ ਹੈ। ਉਹ ਕਹਿਣ ਲੱਗੀ, ਲੜ ਪਈ ਅੱਗੋਂ, ਤੂੰ ਮਾਸ ਖਾਣ ਦੇ ਬਹਾਨੇ ਬਣਾਉਣਾ ਵੀ ਆਹ ਗੱਲ ਹੋਈ ਹੈ, ਮੈਂ ਨਹੀਂ ਮੰਨਦੀ ਇਹਨਾਂ ਗੱਲਾਂ ਨੂੰ।
ਤੈਨੂੰ ਪੁੱਤਰ ਦਾ ਕੋਈ ਪਿਆਰ ਨਹੀਂ ਹੈ। ਪੁੱਤਰ ਨਹੀਂ ਪਿਆਰੀ ਜਹਰਿਤ ਆਮ ਕਾਚਵਨ ਪ੍ਰਜਦ ਕਦੇ। ਤੈਨੂੰ ਜੀਵ ਦੇ ਸਵਾਦ ਹੀ ਚੰਗੇ ਲੱਗਦੇ ਐ। ਸਾਡਾ ਜਵਾਨ ਪੁੱਤਰ ਮਰ ਗਿਆ ਹੈ। ਕਹਾਂ ਸੋ ਕੁਪਜੇ ਬਿਰਲਾਪੈ ਚੂਦਤ ਕਹਾਂ ਜਿਨ ਸੁਤ ਬ੍ਰਤਾਪੈ। ਔਰ ਜਿਨ੍ਹਾਂ ਦੇ ਜਵਾਨ ਪੁੱਤਰ ਮਰ ਜਾਣ ਉਹਨਾਂ ਨੂੰ ਕਿਤੇ ਖਾਣਾ ਪੀਣਾ ਚੰਗਾ ਲੱਗਦਾ ਹੈ। ਸ਼ੁਭ ਗੁਣ ਸਹਿਤ ਪੁੱਤਰ ਅਸਮਰੈ ਪਿਤਾ ਨਿਠੁਰ ਸਵਾਦਨ ਹਿਤ ਧਰੈ। ਸ਼ੁਭ ਗੁਣ ਸਿਆਣਾ ਪੁੱਤਰ ਚੰਗੇ ਗੁਣਾਂ ਵਾਲਾ ਪੁੱਤਰ ਮਰ ਜਾਵੇ ਤੇ ਉਹਦੇ ਪਿਓ ਨੂੰ ਖਾਣਾ ਪੀਣਾ ਸੁੱਝਦਾ ਕਿਤੇ। ਆਏ ਅਗਾਵੇ ਆਮਕ ਸੋਈ ਹਮਕੋ ਸ਼ੋਕ ਦੁਖਤ ਬੋਈ। ਹਾਂ ਤੂੰ ਮਾਸ ਖਾਣ ਨੂੰ ਪੈਂਦਾ, ਅਸੀਂ ਬੜੇ ਦੁਖੀ ਆ ਜਿੱਦੇ ਦਾ ਪੁੱਤਰ ਮਰਿਆ, ਗਲਤੀ ਵੀ ਤੇਰੀ ਆ ਕਹਿੰਦੇ। ਇਤੇ ਆਦਿਤ ਬੋ ਕਾਇਓ ਕਠੋਰ ਕਿਉ ਬਰਾਬਰਾਈ ਕੀ ਔਰ ਇਹਨਾਂ ਕਹਿ ਕੇ ਉਹ ਚਲਿਆ ਗਿਆ। ਘਰ ਕੀ ਕਹਿਵਤ ਸਕਲ ਸੁਨਾਈ ਔਰ ਮੈਂ ਖਰਜਵਾ ਅਨਿਤ ਸਾਈ। ਘਰ ਵਾਲੀ ਨੇ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਇਹਦੇ ਹਿਰਦੇ ਵਿੱਚ ਤੀਰ ਵਾਂਗੂ ਲੱਗੀਆਂ। ਵਾਕ ਬਾਣ ਤੇ ਬੀਤਨ ਹੋਵਾ ਬਹੁ ਵਿਆਕੁਲਤਾ ਰਿਦਾ ਬਰੋਵਾ। ਔਰ ਬਚਨਾਂ ਦੇ ਤੀਰਾਂ ਨਾਲ ਕਬੀਰ ਸਾਹਿਬ ਜੀ ਕਹਿੰਦੇ ਆ ਨਾ, ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ। ਸੇਲਾ ਵਾਜੇ ਕੋਈ ਸ਼ਸਤਰ ਵਾਜੇ, ਜ਼ਖਮ ਹੋ ਜਾਵੇ ਤੇ ਉਹ ਥੋੜੇ ਸਮੇਂ ਵਿੱਚ ਮਿਲ ਜਾਂਦਾ, ਬੰਦ ਹੋ ਜਾਂਦਾ। ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਪਰ ਬਚਨਾਂ ਦੀ ਚੋਟ ਇੰਨੀ ਤਕੜੀ ਵੱਜਦੀ ਆ ਉਹ ਨਹੀਂ ਮਿਟਦੀ। ਐਸਾ ਹੀ ਹਾਲ ਇਹਦਾ ਹੋ ਗਿਆ ਜਦੋਂ ਘਰ ਵਾਲੀ ਇਸ ਨੂੰ ਅੱਗੋਂ ਲੜ ਪਈ ਆ, ਬਈ ਤੈਨੂੰ ਖਾਣਾ ਪੀਣਾ ਸੁੱਝਦਾ, ਸਾਡਾ ਜਵਾਨ ਪੁੱਤਰ ਮਰ ਗਿਆ ਹੈ। ਆਏ ਨਾ ਜਾਏ ਹਟਿਓ ਨਾ ਜਾਏ ਚਿਤ ਚਿੰਤਾ ਅਤਿਸ਼ੇ ਉਗਲਾਏ। ਬੜਾ ਵਿਆਕੁਲ ਹੋ ਗਿਆ ਗੁਰੂ ਪਿਆਰਿਓ, ਮਨ ਦੇ ਵਿੱਚ ਚਿੰਤਾ ਹੋਰ ਵੀ ਵੱਧ ਗਈ ਹੈ। ਦੋਹਰਾ ਬਹੁਤ ਦੁਖ ਪਾਏ ਕ੍ਰੋਧ ਵੱਧ ਗਇਓ ਸ਼ਰਾਪਤ ਚਾਹਤ ਸੋ ਦੁਰਬਚ ਗਇਓ। ਔਰ ਗੁਰੂ ਪਿਆਰਿਓ ਉਸ ਵੇਲੇ ਫਿਰ ਇਸ ਨੂੰ ਅਨੇਕਾਂ ਤਰ੍ਹਾਂ ਦੇ ਬਚਨ ਉਸ ਮਾਤਾ ਨੇ ਕਹੇ ਤੇ ਉਸ ਦੀ ਘਰਵਾਲੀ ਨੇ ਕਹੇ ਤੇ ਉਹਨਾਂ ਨੇ ਗੁਰੂ ਪਿਆਰਿਓ ਦੁੱਖ ਬਚਨਾਂ ਨੂੰ ਸੁਣ ਕਰਕੇ ਇਹ ਬੜਾ ਦੁਖੀ ਹੋਇਆ। ਔਰ ਅਪਰ ਸਮੇਤ ਪੁੱਤਰ ਕੋਇ ਸਮੇਤ ਹੈ ਕਿਸੂ ਕੋ ਬਿਖਿਨ ਕੀਤ। ਔਰ ਹੁਣ ਇਸ ਦੇ ਕੋਲ ਇੱਕ ਹੋਰ ਪੁੱਤਰ ਹੈ ਗੁਰੂ ਪਿਆਰਿਓ, ਦੋ ਪੁੱਤਰ ਸੀ ਇਸ ਦੇ, ਵੱਡਾ ਮਰ ਗਿਆ ਹੈ। ਹੁਣ ਇਸ ਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਕਰਤ ਸ਼ੋਕ ਹੀ ਬੈਠੇ ਰਹੀਐ ਖਾਣ ਪਾਨਿਤ ਦੁਖ ਤੇ ਲਹੀਐ। ਔਰ ਘਰ ਵਾਲੀ ਬੜੀ ਦੁਖੀ ਹੈ, ਉਹ ਕਹਿਣ ਲੱਗੀ ਮੈਨੂੰ ਨਹੀਂ ਖਾਣਾ ਪੀਣਾ ਚੰਗਾ ਲੱਗਦਾਗਾ, ਬੈਠਾ ਰਹਿ ਤੂੰ, ਇਹੋ ਜੀਆਂ ਚੀਜ਼ਾਂ ਛੱਡ ਹੁਣ ਖਾਣ ਤੋਂ। ਇਮ ਕਹਿ ਕੀਤਕ ਦਿਵਸ ਬਿਤਾਏ ਅੰਤ ਸਮਾਤਾ ਬਲੋ ਨਿਰਾਏ। ਔਰ ਗੁਰੂ ਪਿਆਰਿਓ ਹੁਣ ਇਸ ਨੇ ਵੀ ਖਾਣਾ ਪੀਣਾ ਤਿਆਗ ਦਿੱਤਾ ਹੈ। ਔਰ ਜਦੋਂ ਇਸ ਨੇ ਭੁੱਖੇ ਰਹਿਣਾ ਕੀਤਾ, ਸੁਤ ਕੇ ਸਹਿਤ ਪਿਓ ਪਰਲੋਕ ਪੀਛੇ ਵਧਿਓ ਅਦ ਕੀ ਸ਼ੋਕ। ਇਸ ਤਰ੍ਹਾਂ ਗੁਰੂ ਪਿਆਰਿਓ ਪੁੱਤਰ ਦੇ ਸ਼ੋਕ ਦੇ ਵਿੱਚ ਇਹ ਵੀ ਇੱਕ ਦਿਨ ਮਰ ਗਿਆ। ਸਭ ਕੋ ਅੰਤ ਪਿਓਏ ਪਾਤੀ ਤਿਸ ਕੋ ਰਹਿਓ ਨਾ ਕੋ ਪਛਾਤੀ। ਇਸ ਤਰ੍ਹਾਂ ਜਿਹੜਾ ਇਸ ਦਾ ਦੂਸਰਾ ਪੁੱਤਰ ਸੀ ਉਹ ਵੀ ਇੱਕ ਦਿਨ ਮਰ ਗਿਆ ਤੇ ਵੱਡਾ ਪੁੱਤਰ ਮਰ ਗਿਆ, ਫਿਰ ਉਹ ਮਰ ਗਿਆ, ਫਿਰ ਤੀਜੇ ਨੰਬਰ ਤੇ ਇਹ ਮਰ ਗਿਆ। ਘਰ ਵਾਲੀ ਬੜੀ ਦੁਖੀ ਹੋ ਰਹੀ ਹੈ। ਬਾਹਰ ਗੁਲਾਬ ਰਾਏ ਕੀ ਦਾਰਾ ਬੈਠਣ ਕੀ ਹੋਏ ਸਦਕਾਰਾ। ਹੁਣ ਗੁਰੂ ਪਿਆਰਿਓ ਗੁਲਾਬ ਰਾਏ ਦੀ ਇਸਤਰੀ ਨੂੰ ਗੱਦੀ ਉੱਪਰ ਬੈਠਣ ਦਾ ਅਧਿਕਾਰ ਹੋਇਆ, ਵੀ ਕਹਿੰਦੇ ਹੁਣ ਜਿਹੜਾ ਇਹ ਕੰਮ ਉਹ ਚਲਾਉਗੀ। ਜੋ ਨਰ ਪਹੁੰਚੋ ਪਾਇਨ ਲਿਆਵੈ ਮਿਸਤਕ ਟੀਕੇ ਤੈਰ ਪਾਵੈ। ਔਰ ਗੁਰੂ ਪਿਆਰਿਓ ਜੋ ਨਰ ਭਾਵ ਜੋ ਸੰਗਤਾਂ ਸਮਾਨ ਲੈ ਕੇ ਆਉਂਦੀਆਂ, ਭਟਾਵਾਂ ਲੈ ਕੇ ਆਉਂਦੀਆਂ, ਹੁਣ ਉਹਨੂੰ ਦੇਣ ਲੱਗੇ। ਜਬੇ ਬ੍ਰਿਦਾ ਬੈ ਬਹੁਤਾ ਨ ਹੋਈ ਚਿਤੇ ਤੇਰੇ ਪਾਛੇ ਅਬ ਕੋਈ। ਹੁਣ ਸੋਚਣ ਲੱਗੀ ਵੀ ਮੇਰੇ ਤੋਂ ਬਾਅਦ ਇਹ ਗੱਦੀ ਨੂੰ ਕਿਹੜਾ ਚਲਾਵੇਗਾ। ਇਹਨਾਂ ਨੇ ਗੱਦੀ ਬਣਾ ਲਈ ਹੈ, ਇਹ ਅਲੱਗ ਹੀ ਲੈਣ ਚਲਾ ਲਈ ਹੈ। ਥੋੜਾ ਜਿਹਾ ਬਾਬਾ ਜੀ ਹੋਣ ਲੱਗ ਜਾਵੇ ਤੇ ਗੁਰੂ ਪਿਆਰਿਓ ਪਹਿਲਾਂ ਝੌਂਪੜੀ, ਫਿਰ ਡੇਰਾ ਤੇ ਫਿਰ ਆਸ਼ਰਮ, ਫਿਰ ਉਸ ਨੂੰ ਗੱਦੀ ਬਣਾ ਕੇ ਬਹਿ ਜਾਂਦੇ ਆ। ਉਹ ਹਾਲ ਇਹਨਾਂ ਦੇ ਘਰ ਵਿੱਚ ਹੋ ਗਿਆ। ਹੁਣ ਮਾਈ ਸੋਚਣ ਲੱਗੀ ਵੀ ਅੱਗੇ ਕੀ ਕਰੀਏ। ਤੇ ਅੱਗੇ ਕੀ ਹੋਇਆ ਇਹ ਵਿਚਾਰਾ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਕੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ।
हे अच्युत हे पार ब्रह्म अविनाशी अविनाश हे पूरन हे सर्व मैं पंचन गुणदास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे हो बनहार हे संत कै सदा संग दीदार आधार हे ठाकुर हो दासरो मैं निर्गुण गुण नहीं कोई नानक दीजै नाम दान राखो ही परोए आए प्रभ शरणागति कृपा नित दयाल एक अखर हर मन बसत नानक होत निहाल एक ओंकार सतगुरु ते प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह। ਬਹੁਤ ਬਹੁਤ ਧੰਨਵਾਦ ਸਰਵ ਸੰਤਾਂ ਦੀਆਂ ਹਾਜ਼ਰੀਆਂ ਭਰੀਆਂ ਗੁਰੂ ਜੀ ਸਰਵਣ ਕੀਤੇ ਪਾਤਸ਼ਾਹ ਖੁਸ਼ੀ ਬਖਸ਼ ਆਪ ਕੀਤੇ ਸਰਵਣ ਕਰੀਏ ਜੀ ਬੁਲਾਓ ਫਤਿਹ ਪਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।